श्री हर गोविंद हरे राय हर कृष्ण गुरु तेग बहादुर चंद दसवें गोविंद सिंह गुरु नमो चरण अरविंद। श्री गुर शब्द कमाए जन जीते पंच विकार तिन संतन को वंदना सिर चरणन परतार। एक ओंकारा सतगुरु ते प्रसाद सच होय। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोय। वाहेगुरु साहिब जीओ सवैया जानत है महिमा अह सेख सो नामह की परताप वडाई। सैलन कानन सो धरनी पर सूनह जो जिन सीस उठाई। नाम महात्म शंकर जानत कंठ हलाहल लीन पचाई। आत्म भूगल रीत पछानत जा बल सो परपंच बनाई। जानत है महिमा अह सेख वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जी, गुरु महाराज की किरपा नाल बख्शिश ते रहत नाल आपा संगत रूप जुड़ के गुरबाणी दे कीर्तन तो बाद कुछ समा गुरु का इतिहास जो कुछ दिनों तो मुड़ तो आप प्रारंभ किया है, उहदे विचों ही जिवें कवि संतोख सिंह जी ने सतगुरां दे महिमा दे मंगल कीते हो पढ़े सुने विचारे। इसे तरह जिन्हां दे पासों एक कवि संतोख सिंह इतिहास के करता ने गुरमत विद्या पढ़ी, ब्रह्म विद्या हासिल की। भाई संत सिंह जी जो हरमंदर साहिब के कथावाचक ते हेड ग्रंथी की सेवा संभाल करने वाले सन। उन्हों का सुभाव किहो जिहा सी, किस तरह दे नेक पुरुषन धीरधारी सन ते हमेशा भजन सरन करना जिन्हों का मुख कम सी। ते चित की बिरती नूं जिन्हां ने अपना नाम ही बनाया होया है, नाम विच ही चित बिरती जुड़ी रहिंदी सी, नाम विच ही लिवलाई रखदे सन।
ऐसे मेरे ब्रह्म विद्या ਦੇ ਦਾਤੇ ਜਿਹੜੇ ਭਾਈ ਸੰਤ ਸਿੰਘ ਜੀ ਉਸਤਾਦ ਹੈ, ਉਹਨਾਂ ਨੂੰ ਵੀ ਮੈਂ ਸਤਿਗੁਰਾਂ ਤੋਂ ਬਾਅਦ ਨਮਸਕਾਰ ਕਰਦਾ ਹਾਂ, ਜਿਨ੍ਹਾਂ ਦੀ ਕਿਰਪਾ ਰਹਿਮਤ ਦਾ ਸਦਕਾ ਇਹ ਗੁਰੂ ਕਾ ਇਤਿਹਾਸ ਲਿਖਣ ਦੇ ਮੈਂ ਯੋਗ ਬਣਿਆ ਹਾਂ। ਜੋ ਵਿਦਿਆ ਦਾਤੇ ਦੀ ਮਹਿਮਾ ਦਾ ਮੰਗਲ ਕਰਕੇ ਉਦੋਂ ਬਾਅਦ ਜਿਹੜਾ ਗੁਰਮੰਤਰ ਵਾਹਿਗੁਰੂ ਹੈ, ਜੋ ਪੰਜਾਂ ਪਿਆਰਿਆਂ ਨਾਲ ਹੀ ਅੰਮ੍ਰਿਤ ਛਕਣ ਤੋਂ ਬਾਅਦ ਹਾਸਲ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਕਿੱਥੇ ਗਏ ਵਾਹਿਗੁਰੂ ਨਾਮ ਜਪਾਇਆ। ਬਾਕੀ 10 ਜਾਮੇ ਵੀ ਨਾਮ ਦਾ ਹੀ ਪ੍ਰਚਾਰ ਕਰਦੇ, ਨਾਮ ਹੀ ਜਪਾਉਂਦੇ ਰਹੇ। ਉਹ ਵਾਹਿਗੁਰੂ ਜਿਹੜਾ ਨਾਮ ਹੈ ਸਭ ਤੋਂ ਮਹਾਨ ਹੈ, ਸ਼੍ਰੋਮਣੀ ਹੈ। ਉਹ ਨਾਮ ਤੁਲ ਕਛ ਔਰ ਨਾ ਹੋਏ, ਨਾ ਮੈਂ ਹੀ ਤੇ ਸਭ ਕੁਛ ਹੁਆ। ਜੋ ਕੁਛ ਹੋਇਆ ਸਾਰਾ ਨਾਮ ਤੋਂ ਹੀ ਹੋਇਆ ਹੈ। ਸੋ ਇਸ ਤਰ੍ਹਾਂ ਜਿਹੜੇ ਬਾਕੀ ਵੀ ਵਾਹਿਗੁਰੂ ਦੇ ਨਾਮ ਨੇ, ਉਹ ਵੀ ਸੰਸਾਰ ਤੋਂ ਤਾਰਨ ਦੇ ਸਮਰੱਥ ਹੈ। ਜਿਵੇਂ ਨਦੀ ਦੇ ਕਿਨਾਰੇ ਉੱਪਰ ਜਿੰਨੀਆਂ ਬੇੜੀਆਂ ਖੜੋਤੀਆਂ ਹੁੰਦੀਆਂ, ਜਿਸ ਤੇ ਵੀ ਚੜ੍ਹ ਜਾਏ ਉਹ ਉਹਨੂੰ ਪਾਰ ਲੰਘਾ ਦਿੰਦੀ ਹੈ। ਪਰ ਫਿਰ ਵੀ ਇੱਕ ਨਵੀਂ ਨਰੋਈ ਬੜੀ ਹੋਵੇ ਤੇ ਜਿਹਦਾ ਚੱਲਣ ਦਾ ਜਿਹੜਾ ਨੰਬਰ ਵੀ ਪਹਿਲਾਂ ਲੰਘਾ ਹੋਵੇ, ਉਹਦੇ ਤੇ ਚੜ੍ਹ ਜਾਏ ਮਨੁੱਖ, ਇੱਕ ਤਾਂ ਮਨੁੱਖ ਨਵੀਂ ਬੇੜੀ ਤੇ ਚੜ੍ਹਿਆ, ਉਹਨੂੰ ਕੋਈ ਖਤਰਾ ਨਹੀਂ ਹੈ। ਦੂਜਾ ਉਹਦਾ ਚੱਲਣ ਦਾ ਸਮਾਂ ਪਹਿਲਾਂ ਹੈ, ਇਸ ਕਰਕੇ ਫਿਰ ਸਮਾਂ ਨਹੀਂ ਬਹੁਤਾ ਲੱਗਦਾ। ਜਿਵੇਂ ਆ ਬੱਸ ਅੱਡੇ ਤੇ ਬੱਸਾਂ ਖੜੋਤੀਆਂ ਹੁੰਦੀਆਂ ਨਾ, ਚੱਲਣੀਆਂ ਤਾਂ ਸਾਰੀਆਂ ਹੀ ਅੱਡੋ ਅੱਡੀ ਥਾਵਾਂ, ਪਰ ਇੱਕ ਦਾ ਟਾਈਮ ਜਿਹੜਾ ਪਹਿਲਾਂ ਹੁੰਦਾ ਹੈ ਉਹਦੇ ਤੇ ਚੜ੍ਹ ਜਾਏ, ਇਹ ਹੋਵੇ ਨਵੀਂ, ਫਿਰ ਮਨੁੱਖ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਨਾਮ ਹੈ ਨਵੀਂ ਬੇੜੀ ਵਰਗਾ ਹੈ। ਤੇ ਉਹ ਬਾਕੀ ਜਿਹੜੇ ਨਾਮ ਹੈ ਪਿਛਲੇ ਯੁੱਗਾਂ ਦੇ, ਉਹ ਪੁਰਾਣੀਆਂ ਬੇੜੀਆਂ ਵਾਂਗੂ ਹੈ। ਭਾਵੇਂ ਪਾਰ ਤਾਂ ਉਹ ਵੀ ਲੰਘਾਉਂਦੇ ਰਹੇ, ਲੰਘਾਉਂਦੇ, ਪਰ ਜਿਹੜਾ ਮੌਕੇ ਵਾਲਾ ਜਿਹਨੇ ਬੇੜੀ ਪਹਿਲਾਂ ਚੱਲਦੀ ਹੈ, ਬਸ ਪਹਿਲਾਂ ਚੱਲਦੀ ਹੈ, ਛੇਤੀ ਮੰਜ਼ਿਲ ਤੇ ਪਹੁੰਚਾਉਂਦੀ ਹੈ। ਜਿਵੇਂ ਵਾਹਿਗੁਰੂ ਨਾਮ ਹੈ ਨਵੀਂ ਬੇੜੀ ਵਾਂਗੂ ਹੈ। ਤੇ ਕਲਯੁਗ ਦੇ ਵਿੱਚ ਇਹਦਾ ਹੀ ਸਭ ਤੋਂ ਪਹਿਲਾ ਸਮਾਂ ਹੈ। ਜਿਹੜਾ ਇਹਦੇ ਤੇ ਇਹਦਾ ਆਸਰਾ ਲੈ ਲੈਂਦਾ, ਉਹਨੂੰ ਛੇਤੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ, ਮੰਜ਼ਿਲ ਤੇ ਪਹੁੰਚਾ ਦਿੰਦਾ ਹੈ। ਇਉਂ ਵਾਹਿਗੁਰੂ ਨਾਮ ਦੀ ਆਪ ਜੀ ਨੇ ਕਾਵਿ ਦੇ ਨਿਯਮਾਂ ਵਿੱਚ ਛੰਦ, ਕੋਈ ਚੌਪੀ ਛੰਦ, ਸਵਈਏ, ਇਹਨਾਂ ਵਿੱਚ ਮਹਿਮਾ ਕੀਤੀ। ਫਿਰ ਜਿਹੜੇ ਨਾਮ ਨਹੀਂ ਜਪਦੇ ਵੀ ਉਹ ਤਾਂ ਅਕਿਰਤ ਕਰਨ ਲੋਕ ਹੈ, ਪਰਮੇਸ਼ਰ ਤੋਂ ਟੁੱਟੇ ਹੋਏ ਲੋਕ ਹੈ। ਉਹ ਤਾਂ ਜਿਵੇਂ ਸੱਪ ਵਾਲੀ ਬੁੱਧੀ ਹੋਵੇ ਇਹੋ ਜਿਹੇ ਹੈ। ਜਿਵੇਂ ਸੱਪ ਧਨ ਤੇ ਬੈਠਾ ਹੈ, ਨਾ ਵਰਤਦਾ ਹੈ ਤੇ ਨਾ ਅੱਗੇ ਕਿਸੇ ਨੂੰ ਦਿੰਦਾ ਹੈ। ਇਸ ਤਰ੍ਹਾਂ ਉਹ ਜਿਹੇ ਲੋਕ ਨਾ ਉਹ ਨਾਮ ਆਪ ਜਪਦੇ ਜ਼ਬਾਨ ਨਾਲ, ਨਾ ਕਿਸੇ ਨੂੰ ਜਪਣ ਦਿੰਦੇ। ਹਰਨਾਕਸ਼ ਵਰਗੇ ਉਹ ਕਹਿੰਦੇ ਅਸੀਂ ਇਹ ਸਭ ਕੁਛ, ਸਾਨੂੰ ਕਹੋ ਜਲੇ ਹਰਨਾਕਸ਼ ਥਲੇ ਹਰਨਾਕਸ਼। ਜਾਂ ਉਹ ਕਹਿੰਦੇ ਵੀ ਹੈ ਹੀ ਨਹੀਂ ਕੋਈ ਰੱਬ ਰੁੱਬ ਜਾ, ਧਰਮਰਾਜ ਨਰਕ ਸਰਗ। ਤਾਂ ਇਸ ਤਰ੍ਹਾਂ ਦੇ ਜਿਹੜੇ ਰੱਬ ਤੋਂ ਟੁੱਟੇ ਹੋਏ ਲੋਕ ਹੈ, ਉਹਨਾਂ ਨੇ ਨਾਮ ਦੇ ਪ੍ਰਤਾਪ ਨੂੰ ਕੀ ਜਾਣਨਾ ਹੈ। ਉਹ ਤਾਂ ਧਨ ਦੇ ਵਿਸ਼ਵਾਸੀ ਹੈ, ਧਨ ਹੀ ਸਭ ਕੁਛ ਮੰਨੀ ਬੈਠੇ ਹੈ। ਤੇ ਧਨ ਜਿਹੜਾ ਹੈ ਉਹ ਇਹੋ ਜਿਹੀ ਹੈ, ਜੇ ਇਹਦੇ ਵਿੱਚ ਸੁਰਤ ਚਲੀ ਜਾਏ ਮਨੁੱਖ ਮਰਨ ਤੋਂ ਬਾਅਦ ਫਿਰ ਇਹਦੇ ਤੇ ਸੱਪ ਬਣ ਕੇ ਬਹਿ ਜਾਂਦਾ ਹੈ। ਸੋ ਇਸ ਤਰ੍ਹਾਂ ਆਪ ਜੀ ਨੇ ਕੁਛ ਕਾਵਿ ਦੇ ਨਿਯਮਾਂ ਵਿੱਚ ਛੰਦਾਬੰਦੀ ਵਿੱਚ ਨਾਮ ਦੀ ਮਹਿਮਾ ਕੀਤੀ। ਹੁਣ ਜਿਹੜੇ ਕੋਈ
ਪਿਛਲੇ ਯੁਗਾਂ ਵਿੱਚ ਕੋਈ ਮਹਾਨ ਹੋਏ, ਉਹਨਾਂ ਦਾ ਨਾਂ ਲੈ ਕੇ ਕਵੀ ਸੰਤੋਖ ਸਿੰਘ ਜੀ ਵੀ ਨਾਮ ਦੀ ਮਹਿਮਾ ਕਰ ਰਹੇ ਵੀ ਇਹ ਬੜੇ ਬੜੇ ਵੀ ਜਿਹੜੇ ਹੋਏ ਨਾਮ ਦੇ ਪ੍ਰਤਾਪ ਨੂੰ ਜਾਣਦੇ ਹੈ। ਨਾਮ ਜਪ ਕੇ ਹੀ ਇਹ ਮਹਾਨ ਹੋਏ, ਨਾਮ ਜਪ ਕੇ ਹੀ ਇਹ ਦੁਨੀਆ ਵਿੱਚ ਪ੍ਰਸਿੱਧ ਹੋਏ ਤੇ ਹੁਣ ਹੋ ਰਹੇ ਹੈ। ਹੁਣ ਉਹ ਪਹਿਲਾਂ ਜਿਹੜੇ ਬੜੇ ਬੜੇ ਮਹਾਨ ਹੋਏ ਨਾਮ ਜਪ ਕੇ, ਉਹ ਇੱਥੇ ਨਾਂ ਲੈ ਰਿਹਾ ਕਵੀ ਸੰਤੋਖ ਸਿੰਘ ਜੀ। ਉਹ ਜਿਹੜੇ ਵੀ ਆ ਰਹੇ ਆਪਾਂ ਸੁਣੀਏ ਧਿਆਨ ਨਾਲ। ਜਾਣਤ ਹੈ ਮਹਿਮਾ ਇਹ ਸੇਖ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਸਰੋਤਾ ਜਨੋ ਹੈ ਭਾਈਓ, ਨਾਮ ਦੀ ਮਹਿਮਾ ਨੂੰ ਜਿਹੜਾ ਸ਼ੇਸ਼ ਨਾਗ ਹੈ ਉਹ ਵੀ ਚੰਗੀ ਤਰ੍ਹਾਂ ਜਾਣਦਾ ਹੈ। ਸੋ ਨਾਮਹਿ ਕੀ ਪ੍ਰਤਾਪ ਵਡਾਈ। ਜਿਹੜਾ ਨਾਮ ਦਾ ਪ੍ਰਤਾਪ ਹੈ ਤੇ ਨਾਮ ਦੀ ਵਡਿਆਈ ਹੈ, ਨਾਮ ਦੀ ਮਹਿਮਾ ਹੈ, ਉਸਨੂੰ ਸ਼ੇਸ਼ ਨਾਗ ਚੰਗੀ ਤਰ੍ਹਾਂ ਜਾਣਦਾ ਸਮਝਦਾ ਹੈ। ਕਿਵੇਂ ਜਾਣਦਾ ਅੱਗੇ ਖੋਲ ਕੇ ਦੱਸਦੇ ਹਨ। ਸੈਲਨ ਕਾਨਨ ਸੋ ਧਰਨੀ। ਜਿੰਨੇ ਪਹਾੜ ਹੈ, ਜਿੰਨੇ ਜੰਗਲ ਹੈ, ਜਿਤਨੀ ਧਰਤੀ ਹੈ ਸਾਰੀ ਹੀ ਪਹਾੜਾਂ ਤੇ ਅਬਨਾਸਨੀ ਨਾਲ ਲੱਦੀ ਹੋਈ, ਦਰਖਤਾਂ ਨਾਲ ਲੱਦੀ ਹੋਈ ਧਰਤੀ ਹੈ। ਪ੍ਰਸੂਨਹਿ ਜੋ ਜਿਨ ਸੀਸ ਉਠਾਈ। ਕਹਿੰਦੇ ਨਾਮ ਦੇ ਪ੍ਰਤਾਪ ਨਾਲ ਉਹਨੇ ਜਿਵੇਂ ਕੋਈ ਆਪਣੇ ਸਿਰ ਤੇ ਫੁੱਲ ਰੱਖਿਆ ਹੋਵੇ ਨਾ, ਕੋਈ ਬੋਝ ਨਹੀਂ ਹੁੰਦਾ। ਉਹ ਕਹਿੰਦੇ ਫੁੱਲ ਨੂੰ ਆਪਣੇ ਸਿਰ ਤੇ ਧਰਤੀ ਚੁੱਕੀ ਹੋਈ ਹੈ। ਜੇ ਕਿਤੇ ਸ਼ੇਸ਼ ਨਾਗ ਇਹ ਨਾਮ ਨਾ ਜਪਦਾ ਹੁੰਦਾ, ਧਰਤੀ ਦੇ ਹੇਠਾਂ ਸਿਰ ਦੇ ਕੇ ਧਰਤੀ ਦਾ ਇਹਦੀ ਹੋਂਦ ਹਸਤ ਨਹੀਂ, ਇਹਨੇ ਮਰ ਜਾਣਾ ਸੀ। ਤੇ ਨਾਮ ਦੇ ਪ੍ਰਤਾਪ ਨੂੰ ਜਾਣਦਾ ਵੀ, ਜਿਸ ਕਰਕੇ ਉਹ ਨਾਮ ਨਵੇਂ ਤੋਂ ਨਵਾਂ ਹਜ਼ਾਰ ਲੈਂਦਾ ਹੈ। ਹਜ਼ਾਰ ਇਹਦਾ ਮੁੱਖ ਮੰਨਿਆ ਗਿਆ ਸ਼ੇਸ਼ ਨਾਗ ਦਾ, ਤੇ ਹਜ਼ਾਰ ਜਿਹੜਾ ਮੁੱਖ ਤੋਂ ਨਾਮ ਰੋਜ਼ ਦੀ ਰੋਜ਼ ਪਰਮੇਸ਼ਰ ਦਾ ਨਵੇਂ ਤੋਂ ਨਵਾਂ ਲੈਂਦਾ ਹੈ। ਕਿ ਉਹ ਨਾਮ ਦੇ ਮਹਾਤਮ ਨੂੰ ਪ੍ਰਤਾਪ ਨੂੰ ਜਾਣਦਾ ਹੈ, ਜਿਸ ਕਰਕੇ ਉਹ ਨਾਮ ਜਪਦਾ ਹੈ। ਤੇ ਸਾਰੀ ਧਰਤੀ, ਸਾਰੇ ਪਹਾੜਾਂ ਦਾ, ਸਾਰੇ ਦਰਖਤਾਂ ਦਾ ਜਿਹੜਾ ਬੋਝ ਹੈ ਆਪਣੇ ਸਿਰ ਤੇ ਜਿਵੇਂ ਕੋਈ ਫੁੱਲ ਰੱਖਿਆ ਹੋਏ ਉਹ ਚੁੱਕੀ ਫਿਰ ਰਿਹਾ ਹੈ, ਚੁੱਕ ਰਿਹਾ ਸ਼ੇਸ਼ ਨਾਗ। ਨਾਮ ਮਹਾਤਮ ਸ਼ੰਕਰ ਜਾਣਤ। ਅੱਗੇ ਹੋਰ ਕਹਿੰਦੇ ਆ ਵੀ ਜਿਹੜਾ ਸ਼ਿਵ ਜੀ ਭਗਵਾਨ ਭੋਲੇਨਾਥ ਹੈ, ਉਹ ਵੀ ਨਾਮ ਦੇ ਮਹਾਤਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਸਮਝਦਾ ਹੈ। ਕੰਠ ਹਲਾਹਲ ਲੀਨ ਪਚਾਈ। ਇਹ ਜਿਹੜੀ ਜ਼ਹਿਰ ਹੈ ਨਾ, ਉਹ ਆਪਣੇ ਗਲ ਦੇ ਵਿੱਚ ਇਹਨੇ ਪਚਾ ਲਈ ਹੈ। ਉਹ ਭਾਗਵਤ ਪੁਰਾਣ ਦੇ ਵਿੱਚ ਲਿਖਿਆ ਹੋਇਆ। ਗੁਰੂ ਕਲਗੀਧਰ ਜੀ ਨੇ 10 ਗ੍ਰੰਥ ਦੇ ਵਿੱਚ ਜਿਹੜੇ 14 ਰਤਨ ਨਿਕਾਲੇ ਗਏ ਹੈ, ਉਹਦਾ ਥੋੜੀ ਜਿਹੀ ਵਾਰਤਾ ਕਹੀ ਹੈ ਵੀ ਜਦੋਂ ਸਮੁੰਦਰ ਰਿੜਕਿਆ ਗਿਆ, ਉਹ 14 ਰਤਨ ਨਿਕਾਲਿਓ ਕੀ ਤੋਨ ਚਾਨਾਨ, ਬਾਸ਼ਕਨਾਥ ਦਾ ਨੇਤਰਾ ਪਾ ਕੇ ਸਮੇਰ ਪਰਬਤ ਦਾ ਮਧਾਣਾ ਬਣਾ ਕੇ ਤੇ ਫਿਰ ਉਹ ਕੱਢੇ ਗਏ 14 ਰਤਨ। ਤੇ ਉਹ ਜਿਹੜਾ ਕੋਈ ਸੰਖ ਹੈ, ਕਾਮਤੇਨ ਗਊ ਹੈ, ਕਲਬੇਸ਼ ਹੈ, ਚਿੰਤਾਮਣੀ ਹੈ, ਅਸ਼ੋਕ ਘੋੜਾ ਹੈ, ਰਾਵਤ ਹਾਥੀ ਹੈ, ਲక్ష్ਮੀ ਹੈ, ਤਨਕ ਹੈ, ਧਨੰਤਰ ਵੈਦ ਹੈ, ਸ੍ਰੀਮਦ ਰੰਭਾ ਬਾਣੀ, ਅਮੀ ਸੰਖ ਗਜਰਾਜ। ਇਸ ਤਰ੍ਹਾਂ ਕਾਮਤੇਨ ਸਖਤ ਕਲੂਤਰ ਤਨਕ ਧਨੰਤਰ ਬਾਜ, ਇੱਕ ਦੋਹਰੇ ਵਿੱਚ 14 ਰਤਨਾਂ ਦੇ ਨਾਂ ਲਏ ਹੈ। ਇਹ ਜਿਹੜੇ ਜ਼ਹਿਰ ਹੈ, ਇਹ ਵੀ ਇੱਕ 14 ਰਤਨਾਂ ਵਿੱਚੋਂ ਇੱਕ ਰਤਨ ਨਿਕਲਿਆ। ਬਾਕੀ ਤਾਂ ਸਾਰੇ ਅੱਡੋ-ਅੱਡੀ ਕਹਿੰਦੇ ਮੋਹਣੀ ਅਵਤਾਰ ਧਾਰਨ ਕਰਕੇ ਭਗਵਾਨ ਨੇ ਵੰਡ ਦਿੱਤੇ, ਦੇ ਦਿੱਤੇ। ਦੇਵਤਿਆਂ ਨੂੰ ਅੰਮ੍ਰਿਤ ਦੇ ਦਿੱਤਾ ਤੇ ਦੈਂਤਾਂ ਰਾਖਸ਼ਾਂ ਨੂੰ ਮੋਹਣੀ ਰੂਪ ਕਰਕੇ ਮੋਹਿਤ ਕਰਕੇ ਜ਼ਬਰਦਸਤੀ ਕਹਿੰਦੇ ਉਹ ਸ਼ਰਾਬ ਜੀ ਪਿਆਤੀ। ਤੇ ਲక్ష్ਮੀ ਵੀ ਆਪ ਲੈ ਲਈ, ਚਿੰਤਾਮਣੀ ਵੀ
ਹੋਰ ਜਿਹੜਾ ਸੰਗ ਸੀ ਉਹ ਵੀ ਕਿਉਂ ਪੰਜ ਸੱਤ ਜਿਹੜੇ ਰਤਨ ਸੀ ਉਹ ਆਪ ਗ੍ਰਹਿਣ ਕਰ ਲਏ। ਇਸ ਤਰ੍ਹਾਂ ਦੇਵਤਿਆਂ ਵਾਸਤੇ ਰਿਖਿਆਂ ਵਾਸਤੇ ਅੰਮ੍ਰਿਤ ਤਕਸੀਮ ਕਰ ਦਿੱਤਾ। ਕਾਮ ਤੇਨ ਗਊ ਦੇ ਦਿੱਤੀ, ਕਲ ਬਿਰਸ਼ ਦੇ ਦਿੱਤਾ ਦੇਵਤਿਆਂ ਨੂੰ। ਤੇ ਰਹਿ ਗਈ ਕਹਿੰਦੇ ਅਖੀਰ ਤੇ ਆ ਜਿਹੜੀ ਜ਼ਹਿਰ ਹੈ, ਹਲਾਹਲ ਹੈ, ਇਹਦੇ ਵੱਲ ਕੋਈ ਵੀ ਨਾ ਚੱਕ ਕੇ। ਜ਼ਹਿਰ ਨੂੰ ਕਿਹੜਾ ਮੈਂ ਚਾਹੁੰਦਾ ਵੀ ਮੈਂ ਖਾ ਕੇ ਮਰਨਾ ਹੈ। ਤੇ ਭਗਵਾਨ ਵਿਸ਼ਨੂੰ ਨੇ ਫਿਰ ਭੋਲੇਨਾਥ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦਾ ਵੀ ਇਹ ਮਹਾਦੇਵ ਹੈ, ਇਹਦੇ ਵਰਗਾ ਨਹੀਂ ਹੈ, ਇਹ ਸੇਵਾ ਇਹਨੂੰ ਸੰਭਾਲਣ ਦੀ ਇਹ ਕਰੂਗਾ। ਫਿਰ ਉਹ ਸ਼ਿਵ ਜੀ ਹੁਣ ਵਿਚਾਰਨ ਲੱਗਿਆ ਵੀ ਹੁਣ ਮੈਨੂੰ ਮਹਾਦੇਵ ਕਹਿਤਾ। ਸਭ ਤੋਂ ਦੇਵਤਿਆਂ ਤੋਂ ਵੱਡਾ ਦੇਵਤਾ ਭਗਵਾਨ ਨੇ ਕਿਹਾ ਤੇ ਇਸ ਸੰਭਾਲੇਗਾ, ਇਹਨੂੰ ਇਹ ਗ੍ਰਹਿਣ ਕਰੇਗਾ। ਵੀ ਹੁਣ ਜੇ ਲੈ ਕੇ ਮੈਂ ਧਰਤੀ ਤੇ ਸੁੱਟਦਾ ਤੇ ਧਰਤੀ ਸੜਦੀ ਮੱਚਦੀ ਹੈ, ਤੇ ਜੇ ਮੈਂ ਮੂੰਹ ਵਿੱਚ ਪਾ ਕੇ ਤੇ ਅੰਦਰ ਪੇਟ ਦੇ ਲਗਾਨਾ ਤੇ ਮੈਂ ਮਰਾਂਗਾ। ਵੀ ਹੁਣ ਕੀ ਕਰੀਏ? ਉਸ ਵੇਲੇ ਫਿਰ ਉਹ ਕਹਿੰਦਾ ਮੇਰਾ ਸਤ ਵਿੱਚ ਲਿਆਓ, ਮੈਂ ਗ੍ਰਹਿਣ ਕਰ ਲੈਣਾ। ਫਿਰ ਉਹ ਕੰਠ ਦੇ ਵਿੱਚ ਹੀ ਇਹਨੇ 45 ਪੰਠ ਵਿੱਚ ਗਲ ਵਿੱਚ ਰੱਖ ਲਈ। ਨਾ ਅੰਦਰ ਲੰਘਾਉਂਦਾ ਨਾ ਬਾਹਰ ਕੱਢਦਾ ਹੈ, ਕਿਉਂਕਿ 86 ਹਜ਼ਾਰ ਵਰੇ ਸਮਾਧੀ ਲਾ ਕੇ ਜਿਹੜਾ ਨਾਮ ਜਪਿਆ ਨਾ, ਉਹਦੇ ਕਰਕੇ ਗਲ ਵਿੱਚ ਪਚਾ ਲਈ। ਗਲਾ ਤਾਂ ਉਹਦਾ ਕੰਠ ਜਾਂ ਤਾਂ ਨੀਲਾ ਹੋਇਆ ਪਿਆ ਜ਼ਹਿਰ ਨਾਲ, ਇਸੇ ਕਰਕੇ ਉਹਨੂੰ ਨੀਲ ਕੰਠ ਕਹਿੰਦੇ ਨਾ, ਉਹ ਜ਼ਹਿਰ ਨੇ ਨੀਲਾ ਕੀਤਾ ਹੋਇਆ। ਸੋ ਇਸ ਕਰਕੇ ਇੱਥੇ ਕਵੀ ਕਹਿੰਦਾ ਨਾਮ ਦੇ ਮਹਾਤਮ ਨੂੰ ਸ਼ਿਵ ਜੀ ਜਾਣਦਾ। ਜਿਸ ਨਾਮ ਦੇ ਕਹਿੰਦੇ ਪ੍ਰਤਾਪ ਨਾਲ ਸ਼ਿਵ ਨੇ ਜਿਹੜੀ ਆ ਹਲਾਹਲ ਬੜੀ ਜ਼ਹਿਰ ਹੈ, ਸਾਰੇ ਸੰਸਾਰ ਨੂੰ ਸਾੜ ਕੇ ਰੱਖ ਦੇਣ ਵਾਲੀ, ਉਹ ਆਪਣੇ ਕੰਠ ਵਿੱਚ ਹੀ ਗਲ ਵਿੱਚ ਹੀ ਪਹੁੰਚਾ ਲਈ ਹੈ, ਗਲੇ ਵਿੱਚ ਹੀ ਹਜਮ ਕਰ ਲਈ ਹੈ। ਆਤਮ ਭੂ ਭਲ ਰੀਤ ਪਛਾਨਤ। ਉਸ ਤੋਂ ਬਾਅਦ ਕਹਿੰਦੇ ਜਿਹੜਾ ਬ੍ਰਹਮਾ ਹੈ ਉਹ ਵੀ ਚੰਗੇ ਰੀਤੀ ਨਾਲ ਇਹ ਨਾਮ ਦੇ ਪ੍ਰਤਾਪ ਨੂੰ, ਨਾਮ ਦੀ ਮਹਿਮਾ ਨੂੰ ਪਛਾਣਦਾ ਹੈ। ਬ੍ਰਹਮਾ ਜਾਂ ਬਲ ਸੋ ਪਰ ਪੰਚ ਬਨਾਈ। ਇਸ ਨਾਮ ਦੇ ਬਲ ਦੇ ਨਾਲ ਬ੍ਰਹਮਾ ਨੇ ਕਹਿੰਦੇ ਸਾਰੇ ਸੰਸਾਰ ਨੂੰ ਬਣਾ ਦਿੱਤਾ ਹੈ। ਉਹ ਪਦਮ ਪੁਰਾਣ ਦੇ ਲਿਖਿਆ ਹੋਇਆ ਤੇ ਬ੍ਰਹਮਾ ਨੇ 10 ਪਦਮ ਵਰੇ ਤੱਕ ਨਾਮ ਜਪਿਆ। ਦੇਖ ਲਓ ਵੀ ਪਹਿਲਾਂ ਲੱਖ, ਫਿਰ ਕਰੋੜ, ਫਿਰ ਅਰਬ ਖਰਬ, ਫਿਰ ਕਿਤੇ ਪਦਮ ਦੀ ਗਿਣਤੀ ਆਉਂਦੀ ਹੈ। ਇਹ 10 ਪਦਮ ਵਰੇ ਤੱਕ ਨਾਮ ਜਪਿਆ ਬ੍ਰਹਮਾ ਨੇ। ਫਿਰ ਆ ਸ੍ਰਿਸ਼ਟੀ ਪੈਦਾ ਕਰਨ ਦੀ ਉਹਦੇ ਅੰਦਰ ਤਾਕਤ ਹੋਇਆ ਹੈ। ਉਸ ਵੱਲੇ ਇਸ਼ਾਰਾ ਦੇ ਰਿਹਾ ਕਵੀ, ਕਹਿੰਦੇ ਬ੍ਰਹਮਾ ਵੀ ਨਾਮ ਦੀ ਮਹਿਮਾ ਨੂੰ ਚੰਗੀ ਰੀਤੀ ਨਾਲ ਪਛਾਣਦਾ ਵੀ ਜਿਸ ਦੇ ਬਲ ਦੇ ਨਾਲ ਸਾਰਾ ਸੰਸਾਰ ਉਸਨੇ ਬਣਾ ਦਿੱਤਾ ਹੈ। ਪ੍ਰਹਿਲਾਦ ਕਵਾਦ ਤਿਲੋਚਨ ਨਾਰਦ। ਹੁਣ ਅੱਗੇ ਜਿਹੜੇ ਕੋਈ 4 ਯੁਗਾਂ ਵਿੱਚ ਬੜੇ ਬੜੇ ਭਗਤ ਹੋਏ, ਉਹ ਵੀ ਨਾਮ ਜਪ ਕੇ ਹੋਏ। ਨਾਮ ਦੇ ਜਾਪ ਦੇ ਕਰਕੇ ਹੀ ਉਹ ਦੁਨੀਆ ਵਿੱਚ ਪ੍ਰਸਿੱਧ ਹੋਏ ਹੈ। ਕਬੀਰ ਹੈ, ਫਰੀਦ ਹੈ, ਰਵਿਦਾਸ ਹੈ, ਧੰਨਾ ਜੀ ਹੈ, ਜੈਦੇਵ ਹੈ। ਇਹ ਤੋਂ ਪਹਿਲਾਂ ਯੁਗਾਂ ਵਿੱਚ ਜਿਹੜੇ ਕੋਈ ਹੋਇਆ ਉਹਨਾਂ ਦੇ ਨਾਂ ਵੀ, ਤੇ ਇਸੇ ਤਰ੍ਹਾਂ ਤ੍ਰੇਤੇ ਯੁੱਗ ਵਿੱਚ, ਦੁਆਪਰ ਯੁੱਗ ਵਿੱਚ ਜਾਂ ਕਲ ਯੁੱਗ ਵਿੱਚ ਹੋਏ ਹੈ। ਸਾਰਿਆਂ ਦੇ ਨਾਂ ਲੈ ਕੇ ਨਾਮ ਦੀ ਮਹਿਮਾ ਕਰ ਰਿਹਾ ਕਵੀ ਪ੍ਰਹਿਲਾਦ। ਜਿਹੜਾ ਸਤਿਯੁਗ ਦੇ ਸਮੇਂ ਵਿੱਚ ਹੋਇਆ ਹੈ, ਹਰਨਾਖੀ ਦਾ ਪੁੱਤਰ ਪ੍ਰਹਿਲਾਦ, ਉਹ ਵੀ ਨਾਮ ਜਪ ਕੇ ਮਹਾਨ ਹੋਇਆ। ਨਾਮ ਜਪਣ ਕਰਕੇ ਉਹਦੀਆਂ 21 ਕੁਲਾਂ ਉਧਾਰਤੀਆਂ। ਨਾਮ ਜਪ ਕੇ
ਜਪਣ ਕਰਕੇ ਉਹ ਨਰਸਿੰਘ ਰੂਪ ਦੇ ਵਿੱਚ ਪ੍ਰਗਟ ਹੋ ਕੇ ਉਹਦੇ ਪਿਓ ਹਰਨਾਕਸ਼ ਨੂੰ ਮਾਰਿਆ, ਪੇਟ ਪਾਲ ਕੇ ਅੰਦਰਾਂ ਖਿੱਚ ਕੇ। ਇਸ ਤਰ੍ਹਾਂ ਨਾਮ ਦੇ ਪ੍ਰਤਾਪ ਕਰਕੇ ਅਗਨੀ ਵਿੱਚ ਸੁੱਟਿਆ ਗਿਆ, ਉਹ ਤੋਂ ਵੀ ਬਚ ਗਿਆ। ਪਾਣੀ ਵਿੱਚ ਡੁਬਾਉਣ ਦੀ ਕੋਸ਼ਿਸ਼ ਕੀਤੀ, ਉਹ ਤੋਂ ਵੀ ਬਚ ਗਿਆ, ਡੁੱਬਿਆ ਨਹੀਂ ਹੈ। ਫਿਰ ਸੱਪਾਂ ਦੇ ਲਿਆ ਕੇ ਜ਼ਹਿਰੀਲੇ ਡੰਗ ਮਰਾਏ, ਉਹ ਹੀ ਹੋਇਆ। ਫਿਰ ਪੱਥਰਾਂ ਦੀ ਮਾਰ ਕਰਾਈ, ਫਿਰ ਉਹ ਤੇ ਵੀ ਕੋਈ ਅਸਰ ਹੈ। ਪਹਾੜ ਤੋਂ ਉੱਚੇ ਤੋਂ ਸੁੱਟਿਆ, ਜਲ ਅਗਨੀ ਵਿੱਚ ਘੱਤਿਆ, ਡੁੱਬਾ ਨਾ ਕਾਹੂੰ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਕਰਕੇ ਜਿਹੜਾ ਨਾਮ ਜਪਿਆ ਸੀ, ਉਹਦੇ ਕਰਕੇ ਉਹ ਪ੍ਰਹਿਲਾਦ ਤੇ ਕੋਈ ਅਸਰ ਨਹੀਂ ਹੋਇਆ ਹੈ। ਇਸ ਕਰਕੇ ਕਹਿੰਦੇ ਪ੍ਰਹਿਲਾਦ ਜਿਹੜਾ ਭਗਤ ਹੈ, ਦੁਨੀਆ ਵਿੱਚ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਐਸੇ ਜਪੋ ਜਿਵੇਂ ਭਾਈ ਪ੍ਰਹਿਲਾਦ ਨੇ ਜਪਿਆ ਹੈ, ਐਸੇ ਜਪੋ ਜਿਵੇਂ ਧਰੂ ਨੇ ਜਪਿਆ ਹੈ। ਇਹ ਨਾਮ ਕਰਕੇ ਪ੍ਰਸਿੱਧ ਹੈ। ਇਸ ਤੋਂ ਅੱਗੇ ਕਹਿੰਦੇ ਜਿਹੜਾ ਕਵਾਦ, ਜਿਹੜਾ ਸਭ ਤੋਂ ਪਹਿਲਾ ਕਵੀ ਹੈ, ਆਦਿ ਕਵੀ, ਉਹ ਕੌਣ? ਵਾਲਮੀਕ ਮੰਨਿਆ ਆਦਿ ਕਵੀ, ਜਿਹਨੂੰ ਸੁਤੇ ਸਿੱਧ ਨਾਮ ਦੇ ਜਾਪ ਕਰਕੇ ਕਵਿਤਾ ਸਫਰਨ ਹੋਣ ਲੱਗੀ। ਨਹੀਂ ਤਾਂ ਮਨੁੱਖ ਜਿਹੜੇ ਕੋਈ ਉਹ ਪਿੰਗਲ ਵੈਰਾ ਹੈ, ਰੂਪਦੀਪ ਹੈ, ਹੋਰ ਕਵਿਤਾ ਵਾਲੇ ਪੁਸਤਕ ਪੜ੍ਹਦਾ ਹੈ, ਫਿਰ ਕਿਤੇ ਕਵਿਤਾ ਥੋੜ੍ਹੀ ਬਹੁਤੀ ਆਉਂਦੀ ਹੈ। ਇੱਕ ਹੁੰਦਾ ਵੀ ਉਂਝ ਸਫਰਨ ਹੋਣ ਲੱਗ ਜਾਣੀ, ਉਂਝ ਕਵਿਤਾ ਆਉਣ ਲੱਗ ਪਣੀ, ਐਂ ਕਰਨ ਲੱਗ ਪੈਣਾ। ਉਹ ਸਭ ਤੋਂ ਪਹਿਲਾਂ ਜਿਹੜਾ ਕਵੀ ਯਾਦ ਹੋਇਆ ਵਾਲਮੀਕ ਹੋਇਆ ਹੈ। ਤੇ ਪਹਿਲਾਂ ਇਹਦਾ ਜਿਹੜਾ ਕਰਤੱਵ ਐਸਾ ਵੈਸੇ ਹੀ ਸੀ। ਬਾਹਰ ਜੰਗਲ ਵਿੱਚ ਚਲਾ ਜਾਂਦਾ ਸੀ, ਜਿਹੜਾ ਕੋਈ ਰਸਤੇ ਵੀ ਲੰਘਦਾ ਸੀ ਪਹਿਲਾਂ ਉਹਨੂੰ ਮਾਰਦਾ, ਤੇ ਫਿਰ ਜਿਹੜਾ ਉਹਦਾ ਸਾਰਾ ਕੁਝ ਸੰਭਾਲਦਾ ਸੀ। ਜਾਣੀ ਜਿਉਂਦਾ ਨਹੀਂ, ਮਨੁੱਖੇ ਛੱਡਦਾ ਸੀ, ਮਾਰ ਕੇ ਫਿਰ ਸਭ ਕੁਝ ਲੁੱਟਦਾ ਕੁਸੁਰਦਾ ਸੀ। ਇਹ ਬਾਲਮੀ ਉਹ ਸਾਧੂ ਰੂਪ ਦੇ ਵਿੱਚ ਕਿਤੇ ਸੱਤ ਰਿਖੀ ਇਹਨੂੰ ਆ ਮਿਲੇ, ਤੇ ਉਹ ਜਦੋਂ ਕੋਲ ਦੀ ਲੰਘਣ ਲੱਗੇ ਕਹਿੰਦੇ ਵੀ ਰੱਖ ਦਿਓ ਸਭ ਕੁਛ ਇੱਥੇ। ਉਹ ਕਹਿੰਦੇ ਓਏ ਬਜ਼ੁਰਗਾ ਸਾਡੇ ਕੋਲ ਕੀ ਹੈ? ਆ ਕੱਪੜੇ ਲਾਲ ਜੇ ਹੈ, ਕਖਾਏ ਜੇ ਹੈ, ਇਹ ਤਾਂ ਕਿਸੇ ਦੇ ਪਾਉਣ ਯੋਗ ਨਹੀਂ ਹੈ। ਕਹਿਣ ਲੱਗਾ ਠੀਕ ਹੈ, ਮੇਰੇ ਪਾਉਣ ਯੋਗ ਨਹੀਂ ਹੈਗੇ, ਮੇਰੇ ਘਰ ਵਾਲੀ ਹੈਗੀ ਹੈ, ਲੜਕੀਆਂ ਲੜਕੇ ਬੱਚੇ ਪਾ ਲੈਣਗੇ, ਆ ਕੱਪੜੇ ਉਹ ਪਾ ਲੈਣਗੇ ਭਗਵੇਂ। ਕਹਿੰਦੇ ਵੀ ਚਲ ਇਹ ਲਾ ਲੈ। ਇਹ ਕਹਿੰਦਾ ਵੀ ਆ ਲੰਗੋਟੀ ਜੀ ਵੀ ਲਾਓ। ਕਹਿੰਦਾ ਇਹ ਤਾਂ ਨਵੀਂ ਤੂੰ ਕਰ। ਕਹਿੰਦਾ ਜੀ ਤੁਸੀਂ ਲੰਗੋਟੀ ਦੀ ਗੱਲ ਕਰਨੀ ਹੈ, ਮੈਂ ਤੁਹਾਨੂੰ ਹੁਣ ਸਾਰਾ ਕੁਝ ਲੁਆ ਕੇ ਮਾਰਨਾ ਹੈ, ਗਾਂ ਵੀ ਲਗਾਉਣਾ ਹੈ। ਉਹ ਕਹਿੰਦੇ ਕਿਉਂ ਮਾਰਨਾ ਹੈ? ਕਹਿੰਦਾ ਜੇ ਹੁਣ ਮੈਂ ਤੁਹਾਨੂੰ ਜਿਉਂਦਾ ਹੀ ਛੱਡਤਾ, ਤੁਸੀਂ ਕਿਸੇ ਰਾਜੇ ਕੋਲ ਜਾ ਕੇ ਸ਼ਿਕਾਇਤ ਕਰੋਗੇ, ਉਹ ਫਿਰ ਫੌਜ ਚੜਾਊਗਾ, ਉਹ ਸਾਨੂੰ ਮਾਰੂ। ਜੇ ਤੁਹਾਡਾ ਹੀ ਇੱਥੇ ਸੱਤਾਂ ਦਾ ਫਾਹ ਵੜਤਾ ਤੇ ਗਾਂ ਕਿੱਥੇ ਗੱਲ ਹੋਣੀ ਹੈ? ਕਹਿੰਦੇ ਵੀ ਐਸੇ ਤਾਂ ਤੂੰ ਨਾ ਕਰ, ਚਲੋ ਜਿਹੜਾ ਕੋਈ ਲੈਣਾ ਲਾਉਣਾ ਲੈ ਲਾ, ਤੇ ਇਉਂ ਨਾ ਕਰ। ਕਹਿੰਦਾ ਵੀ ਨਹੀਂ, ਇਹ ਤਾਂ ਮੇਰਾ ਨਿਯਮ ਕੀਤਾ ਹੋਇਆ ਵੀ ਤੁਹਾਨੂੰ ਮਾਰਨਾ, ਫੇਰ ਸਾਰਾ ਕੁਝ ਲੈ ਕੇ ਜਾਣਾ ਘਰ ਨੂੰ। ਇਹ ਕਹਿਣ ਲੱਗੇ ਵੀ ਠੀਕ ਹੈ, ਤੂੰ ਮਾਰ ਦੇਗਾ, ਲੈ ਕੇ ਚਲੇ ਜਾਏਗਾ, ਜਿਹੜਾ ਹੁਣ ਸਾਨੂੰ ਮਾਰਨ ਦਾ ਤੂੰ ਪਾਪ ਕਰ ਰਿਹਾ ਹੈ, ਪਾਪ ਦਾ ਹਿੱਸੇਦਾਰ ਕੋਈ ਹੋਊ? ਕਹਿੰਦਾ ਹਾਂ, ਜਿੰਨਾ ਵਾਸਤੇ ਮੈਂ ਕਰ ਰਿਹਾ ਉਹ ਹਿੱਸੇਦਾਰ ਬਣਨਗੇ, ਮਾਂ ਵੀ ਬਣੂ, ਪਿਓ ਵੀ ਬਣੂ, ਪੁੱਤ ਵੀ ਬਣੂ, ਘਰ ਵਾਲੀ ਵੀ ਬਣੂ, ਕਿਉਂਕਿ ਉਹਨਾਂ ਵਾਸਤੇ ਮੈਂ ਸਾਰਾ ਕੁਝ ਕਰ ਰਿਹਾ, ਉਹ ਵੀ ਨਾਲ ਹਿੱਸੇਦਾਰ ਹੋਣਗੇ। ਕਹਿਣ ਲੱਗੇ ਵੀ ਇਹ ਤਾਂ ਗੱਲ ਤੇਰੀ 16 ਨੇ ਝੂਠੀ ਹੈ, ਇਹ ਪਾਪ ਗੁਨਾਹ ਦਾ ਭਾਗੀਦਾਰ ਹਿੱਸੇਦਾਰ ਤੂੰ ਤਾਂ ਇਕੱਲੇ ਨੇ ਬਣਨਾ, ਉਹਨਾਂ ਨੇ ਕੋਈ ਨਹੀਂ ਭਾਈ ਬਾਲ ਬਣਨਾ। ਕਹਿਣ ਲੱਗਿਆ ਮੈਂ ਕੀ ਮੰਨਾਂ? ਕਹਿੰਦੇ ਤੂੰ ਨਿਰਣਾ ਕਰਕੇ ਕਰ ਲੈ। ਘਰੋਂ ਜਾ ਕੇ ਪੁੱਛਿਆ,
ਪੜਤਾਲ ਕਰ ਲੈ, ਉਹਨਾਂ ਨੂੰ ਕਹਿ ਵੀ ਮੈਂ ਤੁਹਾਡੇ ਪਾਸੇ ਬੰਦੇ ਮਾਰ ਕੇ ਲੁੱਟ ਖਸੁ ਕੇ ਲਿਆ ਰਿਹਾ, ਤੁਸੀਂ ਇਹ ਪਾਪਾਂ ਦੇ ਹਿੱਸੇਦਾਰ ਬਣੋਗੇ। ਜਾ ਤੂੰ ਪੁੱਛ ਪੜਤਾਲ ਕਰ। ਕਹਿੰਦਾ ਮੈਂ ਜਾਣਦਾ 420 ਕਰਦੇ ਵੀ ਇਹ ਘਰੇ ਪੁੱਛਣ ਜਾਓ, ਅਸੀਂ ਮੋਰੋਂ ਭੱਜਾਂਗੇ। ਕਹਿੰਦਾ ਨਹੀਂ, ਜੇ ਵੀ ਤੈਨੂੰ ਇਸ ਤਰ੍ਹਾਂ ਖਤਰਾ ਹੈ, ਆਹ ਦਰਖਤਾਂ ਨਾਲ ਸਾਨੂੰ ਸੱਤਾਂ ਨੂੰ ਕਹਿੰਦੇ ਬੰਨ ਦੇ, ਨੂੜ ਦੇ, ਤੇ ਫਿਰ ਤੂੰ ਘਰੋਂ ਪੁੱਛ ਪੜਤਾਲ ਕਰਿਆ, ਪਰ ਤੂੰ ਜ਼ਰੂਰ ਕਰਿਆ। ਫਿਰ ਕਹਿੰਦਾ ਵੀ ਚਲੋ ਠੀਕ ਹੈ, ਅੱਜ ਤੱਕ ਮੈਂ ਮੰਨਿਆ ਤਾਂ ਕਿਸੇ ਦੀ ਗੱਲ ਹੈ ਨਹੀਂ ਹੈ, ਤੇ ਤੁਸੀਂ ਗੱਲ ਤਾਂ ਠੀਕ ਕਹਿੰਦੇ ਹੋ ਵੀ ਭਾਈ ਵਾਲ ਕੋਈ ਬਣੂ ਕਿ ਨਹੀਂ ਬਣੂ, ਕਿ ਐਵੇਂ ਤਾਂ ਨਹੀਂ ਫਸ ਜਾਵਾਂਗੇ ਇਕੱਲੇ। ਚੰਗਾ, ਕਹਿੰਦੇ ਇੱਕ ਇੱਕ ਦਰਖਤ ਦੇ ਨਾਲ ਖੜ ਜਾਓ ਤੇ ਮੈਂ ਤੁਹਾਨੂੰ ਕਹਿੰਦੇ ਬੰਨ ਦਿੰਦਾ। ਉਹ ਬੰਨ ਕੇ ਨੂੜ ਕੇ ਨਾ ਫਿਰ ਚੱਲਿਆ ਬਾਲਮੀਕ ਘਰੇ। ਸਭ ਤੋਂ ਪਹਿਲਾਂ ਆ ਕੇ ਪਿਓ ਨੂੰ ਪੁੱਛਣ ਲੱਗਾ, ਕਹਿਣ ਲੱਗਾ ਵੀ ਤੁਹਾਡੇ ਪਿੱਛੇ ਮੈਂ ਆ ਜਿਹੜਾ ਕੁਝ ਕਰਾ ਰਿਹਾ ਇਹਦਾ ਹਿੱਸੇਦਾਰ ਬਣੇਗਾ? ਕਹਿੰਦਾ ਨਾ ਬਈ, ਮੈਂ ਨਹੀਂ ਬਣਨਾ। ਕਹਿੰਦੇ ਕਾਰਨ? ਕਹਿੰਦੇ ਮੈਂ ਜਿਵੇਂ ਕਿਵੇਂ ਤੈਨੂੰ ਪਾਲ ਪੋਸ ਦਿੱਤਾ, ਵੱਡਾ ਕਰ ਦਿੱਤਾ, ਹੁਣ ਬੁੱਢੇ ਹੋਏ ਦੀ ਸੇਵਾ ਕਰਨੀ, ਰੋਟੀ ਪਾਣੀ ਦੇਣਾ ਤੇਰਾ ਫਰਜ਼ ਹੈ। ਮੈਂ ਤੈਨੂੰ ਪਾਲਿਆ, ਤੂੰ ਮੈਨੂੰ ਹੁਣ ਸੰਭਾਲ। ਬਾਕੀ ਤਾਂ ਵੀ ਆਪਣਾ ਜਿਹੜਾ ਕੋਈ ਪਾਪ ਹੁੰਦਾ ਲਿਖਾ, ਉਹ ਤਾਂ ਵੱਖਰਾ ਵੱਖਰਾ ਹੈ, ਤੂੰ ਆਪਣਾ ਮੇਰਾ ਆਪਣਾ। ਫਿਰ ਮਾਂ ਕੋਲ ਗਿਆ, ਮਾਂ ਨੇ ਵੀ ਐ ਸਿਰ ਮਾਰਤਾ, ਕਹਿੰਦੇ ਇਹ ਨਹੀਂ, ਮੈਂ ਤੈਨੂੰ 9 ਮਹੀਨੇ ਅੰਦਰ ਰੱਖਿਆ, ਬਾਹਰ ਗੰਦ ਮਰ ਚੁੱਕਿਆ, ਪਾਲਿਆ ਪੋਸਿਆ, ਹੁਣ ਬੁੱਢੀ ਹੋਈ ਹੈ, ਤੂੰ ਮੈਨੂੰ ਸੰਭਾਲ, ਤੇ ਬਾਕੀ ਨਹੀਂ ਹਿੱਸੇਦਾਰ। ਫਿਰ ਪੁੱਤ ਨੂੰ ਪੁੱਛਣ ਲੱਗਿਆ ਵੀ ਤੂੰ? ਉਹ ਕਹਿੰਦਾ ਨਹੀਂ ਵੀ ਇਹ ਨਹੀਂ, ਤੂੰ ਹੁਣ ਸਾਨੂੰ ਪਾਲੀ ਪੋਸੀ ਜਾ, ਜਦੋਂ ਅਸੀਂ ਵੱਡੇ ਹੋ ਗਏ ਮਰਨਾ ਤੂੰ ਪੈ ਗਿਆ ਮੰਜੇ ਤੇ, ਅਸੀਂ ਤੈਨੂੰ 2 ਰੋਟੀ ਦੇ ਦਿਆ ਕਰਾਂਗੇ, ਬਾਕੀ ਨਹੀਂ ਆ ਤੇਰੇ ਅਸੀਂ ਭਾਈ ਬਾਹਰ। ਜਿਹੜਾ ਤੂੰ ਕਰਦਾ ਨਾ ਪੁੱਠਾ ਸਿੱਧਾ, ਇਹਦਾ ਹਿੱਸੇ ਦਾ ਤਾਂ ਤੂੰ ਹੀ ਹੈ, ਤੂੰ ਹੀ ਭਰੇਗਾ। ਉਸ ਵੇਲੇ ਫਿਰ ਪਛਤਾਉਣ ਲੱਗਿਆ, ਹੱਦ ਹੋ ਗਈ, ਇਹਨਾਂ ਪਿੱਛੇ ਮੈਂ ਬੰਦੇ ਮਾਰੀ ਤੁਰੀ ਜਾਣਾ, ਭਾਵ ਕਰੀ ਜਾਣਾ, ਇਹ ਕਹਿੰਦੇ ਅਸੀਂ ਹਿੱਸੇਦਾਰ ਨਹੀਂ, ਤੇ ਫਸਣਾ ਤਾਂ ਮਨਾ ਤੂੰ ਹੀ ਹੈ। ਫਿਰ ਨਿੰਮਾ ਝੁਣਾ ਜਾ ਹੋ ਕੇ ਤੇ ਆ ਗਿਆ ਉਹਨਾਂ ਕੋਲ, ਕਹਿੰਦਾ ਵੀ ਸਾਧੂ ਗੱਲ ਤਾਂ 16 ਨੇ ਸੱਤ ਹੈ, ਕੋਈ ਨਹੀਂ ਮੰਨਦਾ ਹੈ, ਕੋਈ ਹਿੱਸੇਦਾਰ ਨਹੀਂ ਬਣਦਾ, ਹੁਣ ਦੱਸੋ ਮੈਂ ਕੀ ਕਰਾਂ? ਮੈਂ ਤਾਂ ਉਹਨਾਂ ਪਿੱਛੇ ਆ ਸਾਰਾ ਕੁਝ ਪੁੱਠਾ ਸਿੱਧਾ ਕਰਦਾ ਰਿਹਾ, ਇਹ ਪਾਪ ਹੁਣ ਮੇਰੇ ਕਿਵੇਂ ਲੱਥਣਗੇ? ਮੈਂ ਤਾਂ ਬਹੁਤ ਬੰਦੇ ਮਾਰੇ ਇੱਥੇ ਉਹਨਾਂ ਪਿੱਛੇ। ਕਹਿਣ ਲੱਗੇ ਵੀ ਇਹ ਤਾਂ ਹੁਣ ਨਾਮ ਜਪ ਲਾ ਤੂੰ, ਪਰਮੇਸ਼ਰ ਦਾ ਨਾਮ ਦੇ ਵਿੱਚ ਬਲ ਹੈ, ਉਹ ਜਨਮਾਂ ਜਨਮਾਂ ਦੇ ਪਾਪ ਲਾ ਦਿੰਦਾ ਹੈ, ਉਹ ਬਖਸ਼ਦਾ ਹੈ ਨਾਮ। ਕਹਿੰਦਾ ਫਿਰ ਮੈਨੂੰ ਮੰਤਰ ਦੇ ਦਿਓ ਨਾਮ ਦਾ, ਦੱਸੋ ਮੈਂ ਕਿਵੇਂ ਜਪਾਂ? ਫਿਰ ਸਤਿਰਿਖੀ ਵਿਚਾਰਨ ਲੱਗੇ ਵੀ ਇੱਕ ਤਾਂ ਬਹੁਤ ਵੱਡਾ ਪਾਪੀ ਗੁਨਾਹੀ ਹੈ, ਦੂਜਾ ਹੈ ਸ਼ੂਦਰ, ਨੀਵੀਂ ਕੌਮ ਵਿੱਚੋਂ, ਨੀਵੀਂ ਜਾਤ ਵਿੱਚੋਂ ਹੈ, ਤੇ ਨੀਵੀਂ ਜਾਤ ਵਾਲੇ ਨੂੰ ਨਾਮ ਦਾ ਮੰਤਰ ਨਹੀਂ ਦਿੱਤਾ ਜਾ ਸਕਦਾ। ਕਹਿੰਦੇ ਹੁਣ ਵੀ ਇਹ ਸ਼ਰਨ ਪੈ ਗਿਆ, ਕੋਈ ਢੰਗ ਤਰੀਕਾ ਸੋਚੋ ਜਿਸ ਕਰਕੇ ਇਹਨੂੰ ਗੁਰਮੰਤਰ ਵੀ ਮਿਲ ਜਾਏ ਤੇ ਜਿਹੜੀ ਕੋਈ ਪੁਰਾਤਨ ਰੀਤੀ ਉਹ ਵੀ ਬਣੀ ਰਹੇ। ਉਸ ਵੇਲੇ ਫਿਰ ਰਾਮ ਰਾਮ ਦੇ ਥਾਂ ਉਹਨਾਂ ਨੇ 2 ਅੱਖਰਾਂ ਨੂੰ ਉਲਟਾ ਕੇ ਕਹਿ ਦਿੱਤਾ, ਕਹਿੰਦੇ ਵੀ ਤੂੰ ਮਰਾ 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 ਐਂ ਕਰੀ ਚੱਲਿਆ ਕਰ। ਤੇ ਉਹ ਬਸ ਕਹਿੰਦਾ ਜੀ ਸਤ ਵਚਨ, ਉਹ ਸਤਿਰਿਖੀ ਉਲਟਾ ਨਾਮ ਅੱਖਰਾਂ ਵਾਲਾ ਦੇ ਕੇ ਗੁਰਮੰਤਰ ਦੀਕਸ਼ ਕਰਕੇ ਬਾਲਮੀਕ ਦੇ ਕੋਲੋਂ ਚਲੇ ਗਏ। ਬਸ ਜਾਂ ਲੱਗਾ ਦਿਨ ਰਾਤ ਇੱਕ ਕਰਤਾ, ਸਾਲ ਭਰ ਤੱਕ ਬਸ ਪਹਿਲਾਂ ਤਾਂ ਮਰਾ ਮਰਾ ਕਹਿੰਦਾ ਸੀ, ਫਿਰ ਆਪੇ ਉਹ ਮਰਾ ਮਰਾ ਬਦਲ ਕੇ ਰਾਮ ਰਾਮ ਹੋ ਗਿਆ।
ਤੇ ਫਿਰ ਕਵਿਤਾ ਸਫਰਨ ਹੋਣ ਲੱਗ ਪਈ। ਫਿਰ ਅੰਤਰਜਾਮਤਾ ਹੋਇਆ ਹੀ। ਫਿਰ ਨਾਮ ਦੇ ਪ੍ਰਤਾਪ ਨਾਲ ਜਿਹੜਾ ਤ੍ਰੇਤੇ ਯੁੱਗ ਦੇ ਵਿੱਚ ਰਾਮਚੰਦਰ ਜੀ ਨੇ ਹੋਣਾ ਹੈ, ਜੋ ਕੁਛ ਉਹਨਾਂ ਨੇ ਕਰਨਾ ਹੈ, ਉਹ 10,000 ਵਰ੍ਹਾ ਪਹਿਲਾਂ ਹੀ ਇੱਕ ਰਮਾਇਣ ਲਿਖ ਕੇ ਛੱਡੀ, ਜਿਹਦਾ ਨਾਮ ਵਾਲਮੀਕੀ ਰਮਾਇਣ ਹੈ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਨਾਮ ਐਸਾ ਮਹਾਨ ਹੈ ਵੀ ਉਹ ਜਿਹੜਾ ਵਾਲਮੀਕ ਬਟਵਾਰਾ ਸੀ ਨਾ, ਰਾਹ ਮਾਰ ਸੀ, ਲੋਕਾਂ ਦੇ ਕੱਪੜੇ ਲਾਹ ਕੇ ਮਾਰ ਦੇਣ ਵਾਲਾ ਸੀ, ਉਹਨੇ ਨਾਮ ਜਪਿਆ ਤੇ ਉਹ ਆਦਿ ਕਵੀ ਉਹਨੂੰ ਕਹਿਣ ਲੱਗੇ, ਉਹਨੂੰ ਚਿਰੰਜੀਵੀ ਵੀ ਕਹਿੰਦੇ ਹਨ। ਉਸ ਸਤਿਯੁਗ ਦੇ ਸਮੇਂ ਤੋਂ ਲੈ ਕੇ ਤ੍ਰੇਤੇ ਯੁੱਗ ਤੱਕ ਜੀਦਾ ਰਿਹਾ, ਦੁਆਪਰ ਯੁੱਗ ਵਿੱਚ ਵੀ ਜੀਂਦਾ ਰਿਹਾ। ਕ੍ਰਿਸ਼ਨ ਭਗਵਾਨ ਜੀ ਨੇ ਉਹਦੇ ਚਰਨ ਧੋਤੇ ਤੇ ਘਰ ਦੇ ਵਿੱਚ ਆ ਕੇ ਭੋਜਨ ਛਕਾਉਣ ਤੋਂ ਫਿਰ ਉਹ ਪਾਂਡਵਾਂ ਦਾ ਵਿਚਾਰਿਆਂ ਦਾ ਜੱਗ ਸੰਪੂਰਨ ਹੋਇਆ ਸੀ। ਇਸ ਕਰਕੇ ਉਹ ਜਿਹੜਾ ਵਾਲਮੀਕ ਹੈ, ਉਹ ਨਾਮ ਦੇ ਪ੍ਰਤਾਪ ਨੂੰ ਜਾਣਦਾ ਵੀ ਮੈਨੂੰ ਲੋਕ ਬਟਵਾਰਾ ਕਹਿੰਦੇ ਸੀ, ਰਾਹ ਮਾਰ ਕਹਿੰਦੇ ਸੀ, ਅੱਜ ਮੈਨੂੰ ਵਾਲਮੀਕ ਰਿਖੀ ਕਹਿ ਰਹੇ, ਚਿਰੰਜੀਵੀ ਕਹਿ ਰਹੇ, ਆਦਿ ਕਵੀ ਕਹਿ ਰਹੇ। ਇਹ ਨਾਮ ਦਾ ਪ੍ਰਤਾਪ ਹੈ। ਇਸੇ ਤਰ੍ਹਾਂ ਤਰਲੋਚਨ ਭਗਤ ਹੋਇਆ ਹੈ, ਕਹਿੰਦੇ ਉਹ ਵੀ ਨਾਮ ਦੇ ਪ੍ਰਤਾਪ ਕਰਕੇ ਮਹਾਨ ਬਣਿਆ ਹੈ। ਤਰਲੋਚਨ ਦੋ ਹੋਏ ਹੈ, ਇੱਕ ਤਾਂ ਧੰਨੇ ਭਗਤ ਨੂੰ ਜਿਹਨੇ ਉਹ ਮਸੇਰੀ ਦਾ ਵੱਟਾ ਜਿਹਾ ਦਿੱਤਾ ਸੀ ਤੇ ਗੋਰੀ ਗਊ ਲੈ ਲਈ ਸੀ, ਉਹਦੇ ਕਰਕੇ ਫਿਰ ਉਹ ਧੰਨਾ ਜੀ ਉਹ ਸਿਮਰਨ ਵਿੱਚ ਜੁੜ ਗਏ ਸਨ। ਤੇ ਜਦੋਂ ਪ੍ਰਸ਼ਾਦਾ ਛਕਣ ਦਾ ਸਮਾਂ ਆਉਂਦਾ, ਉਦੋਂ ਫਿਰ ਉਹ ਰੱਖ ਕੇ ਮੂਹਰੇ ਜੇ ਕਹਿੰਦੇ ਜੀ ਭੋਗ ਲਾਓ ਭਗਵਾਨ, ਹੁਣ ਪਸੇਰੀ ਦੇ ਵੱਟੇ ਨੇ ਕੀ ਖਾਣਾ। ਤੇ ਇਹਨੇ ਕਹਿ ਦਿੱਤਾ ਸੀ ਵੀ ਦੇਖ ਲੈ, ਤੈਨੂੰ ਵਧੀਆ ਗਊ ਦਿੱਤੀ, ਸਾਰਾ ਤਾਂ ਵੱਡਾ ਭਗਵਾਨ ਦਿੱਤਾ, ਵੱਡਾ ਭਗਵਾਨ। ਉਹ ਫਿਰ ਜਦੋਂ ਹੱਠ ਜਾ ਕੀਤਾ ਕਿ ਜੇ ਤੂੰ ਨਹੀਂ ਖਾਂਦਾ ਤੇ ਖਾਂਦਾ ਮੈਂ ਨਹੀਂ, ਫਿਰ ਇੱਥੇ ਹੀ ਭੁੱਖਾ ਤੇ ਆਇਆ ਮਰੂ। ਉਹ 2 ਕੁ ਦਿਨ ਲੱਗੇ, ਅਖੀਰੇ ਕਹਿੰਦਾ ਵੀ ਜੇ ਤੁਸੀਂ ਗੁੱਸੇ ਫਿਰ ਮੈਂ ਕਾਹਨੂੰ ਰਹਿਣਾ, ਮੈਂ ਮਰਦਾ। ਫਿਰ ਆਵਾਜ਼ ਆਈ, ਉਹ ਧੰਨੇ ਕਿਉਂ ਮਰਦਾ? ਕਹਿੰਦਾ ਮਰਾਨਾ ਵੀ ਹੋਰ ਕੀ ਕਰਾਂ ਜੀ, ਤੁਸੀਂ ਰੋਟੀ ਨਹੀਂ ਖਾਂਦੇ, ਲੱਸੀ ਨਹੀਂ ਪੀਂਦੇ। ਮੇਰੇ ਨਾਲ ਗੁੱਸੇ ਹੋ ਗਏ। ਉਹ ਕਹਿੰਦੇ ਉਹ ਜਿਹੜਾ ਅਸੀਂ ਪਸੇਰੀ ਦਾ ਬੱਟਾ ਹੈ, ਮੈਂ ਭਗਵਾਨ ਤਾਂ ਵੱਖਰਾ ਹੈ, ਇਹਨੇ ਨਹੀਂ ਖਾਣਾ। ਇਹ ਠਾਕਰ ਨਹੀਂ, ਇਹ ਤਾਂ ਪੱਥਰ ਹੈ। ਕਹਿੰਦਾ ਫਿਰ ਚੰਗਾ ਮਹਾਰਾਜ, ਜਿਹੜੇ ਤੁਸੀਂ ਹੈਗੇ ਅਸਲੀ ਤੁਸੀਂ ਛਕ ਲਓ। ਕਹਿੰਦੇ ਹਾਂ ਮੈਂ ਛਕ ਸਕਦਾ। ਉਹ ਪ੍ਰਗਟ ਹੋ ਗਏ, ਦਰਸ਼ਨ ਦਿੱਤੇ ਤੇ ਉਹ ਇਹ ਸੁਣ ਕੇ ਜਾਟ ਰੋਟ ਭਗਤੀ ਲਾਗਾ, ਮਿਲੇ ਪਰਤਕ ਸਾਈਆਂ ਧੰਨਾ ਬੜ ਭਾਗਾ। ਦੇਖ ਲਓ, ਨਾਲੇ ਦਰਸ਼ਨ ਹੋ ਗਏ, ਨਾਲ ਹੀ ਫਿਰ ਉਹ ਨਾਮ ਦਾ ਪ੍ਰਤਾਪ ਕਰਕੇ 1100 ਜਨ ਪਹਿਲਾਂ ਨਾਮ ਜਪਿਆ ਸੀ, ਕਿਤੇ ਕਿਸੇ ਰੂਪ ਕਿਤੇ ਕਿਸੇ ਤਰ੍ਹਾਂ। ਉਹਦਾ ਕਰਕੇ ਭਗਵਾਨ ਸਾਰੇ ਕੰਮ ਕਰਨ ਲੱਗਿਆ, ਹਲ ਵਾਹੁਣ ਵੀ ਲੱਗ ਗਿਆ, ਹੱਟ ਤੇ ਵੀ ਲੱਗ ਗਿਆ, ਕਿਆਰੇ ਛੱਡਣ, ਪੱਠੇ ਵੱਢਣ ਵੀ, ਘਰ ਦਾ ਕੰਮ ਵੀ। ਦੂਜਾ ਤਰਲੋਚਨ ਹੋਇਆ ਬਾਣੀਆਂ। ਇਹਦੇ ਘਰੇ ਸੰਤਾਨ ਨਹੀਂ ਹੈ ਸੀ ਤੇ ਆਏ ਗਏ ਸਾਧੂ ਦੀ ਇਹ ਦੋਵੇਂ ਜੀ ਬਹੁਤ ਸੇਵਾ ਕਰਦੇ ਸੀ। ਜਦੋਂ ਬਜ਼ੁਰਗ ਹੋ ਗਏ, ਬਿਰਧ ਹੋ ਗਏ, ਆਪੋ ਵਿੱਚ ਸਿੱਖਿਆ ਵਿਚਾਰਾਂ ਕਰਨ ਲੱਗੇ ਵੀ ਹੁਣ ਆਏ ਗਏ ਸਾਧੂ ਬਹੁਤ ਰਹਿੰਦੇ ਹੈ, ਸਾਥੋਂ ਉਹਨਾਂ ਦੀ ਸੇਵਾ ਚੰਗੀ ਤਰ੍ਹਾਂ ਨਹੀਂ ਹੁੰਦੀ, ਕੋਈ ਢੰਗ ਤਰੀਕਾ ਕਰੀਏ ਜਿਸ ਕਰਕੇ ਆਏ ਗਏ ਸਾਧੂ ਸੰਤ ਦੀ ਸੇਵਾ ਟਹਿਲ ਪੂਰੀ ਹੋਵੇ। ਘਰ ਵਾਲੀ ਕਹਿੰਦੀ ਮਹਾਰਾਜ ਇਉਂ ਕਰੋ, ਆਪਾਂ ਕੋਈ ਸਿਆਣਾ ਨੌਕਰ ਰੱਖ ਲਓ, ਉਹਨੂੰ ਪੈਸੇ ਦੇ ਦਿਆ ਕਰਾਂਗੇ, ਉਹ ਆਏ ਗਏ ਦੀ ਸੇਵਾ ਕਰ ਦਿਆ ਕਰੇ, ਨਾਲੇ ਸਾਡੀ ਦੇਖ ਰੇਖ ਕਰਿਆ ਕਰੂਗਾ। ਕਹਿੰਦੇ ਗੱਲ ਤਾਂ ਠੀਕ ਹੈ, ਚੰਗਾ ਮੈਂ ਲੱਭ ਕੇ ਲਿਆਉਣਾ ਬਾਹਰੋਂ ਕੋਈ ਚੰਗਾ ਸਿਆਣਾ। ਉਧਰ ਪਰਮੇਸ਼ਰ ਭਗਵਾਨ ਨੇ
ਵੀ ਹੁਣ ਇਹਨਾਂ ਦੇ ਘਰੇ ਕਿਹੜਾ ਇਹੋ ਜਿਹਾ ਰਹੂਗਾ ਵੀ ਮੈਂ ਹੀ ਉਹ ਭਗਤ ਜਿਨਾ ਕਾ ਲਾਲਾ ਗੋਲਾ ਵਾਲੀ ਗੱਲ ਕਰਾਂ। ਤੇ ਉਹ ਆਖੜੋ ਬਾਹਰ ਨਿਕਲਦੇ ਸਾਰੀ ਦਰਸ਼ਨ ਦਿੱਤੇ ਇਹਨੂੰ ਤੇ ਦੇਖ ਕੇ ਖੁਸ਼ ਹੋ ਗਏ। ਕਹਿਣ ਲੱਗੇ ਵੀ ਅਸੀਂ ਕੋਈ ਟਹਿਲੂਆ ਨੌਕਰ ਰੱਖਣਾ ਤੇ ਸਾਡੇ ਘਰੇ ਤੂੰ ਰਹਿ ਜਾਏਗਾ, ਅਸੀਂ ਜਿੰਨੀ ਕਹੇਗੇ ਮਾਇਆ ਦੇ ਦਿਆ ਕਰਾਂਗੇ। ਕਹਿਣ ਲੱਗਿਆ ਹਾਂ ਜੀ, ਸਾਧੂਆਂ ਸੰਤਾਂ ਦੀ ਸੇਵਾ ਕਰਕੇ ਤਾਂ ਮੈਨੂੰ ਬੜੀ ਪ੍ਰਸੰਨਤਾ, ਮੈਂ ਬਹੁਤ ਖੁਸ਼ ਹਾਂ, ਇਹ ਤਾਂ ਭਾਗਾਂ ਨਾਲ ਲੱਭਦੀ ਹੈ। ਕਹਿੰਦੇ ਵੀ ਫੇਰ ਤਾਂ ਮੈਂ ਤਾਂ ਜੇ ਅੰਦਰ ਹੀ ਧਾਰਦਾ ਵੀ ਕੋਈ ਸਿਆਣਾ ਲੱਭੇ, ਤੂੰ ਤਾਂ ਅੰਦਰੋਂ ਦਰਵਾਜ਼ੇ ਤੋਂ ਬਾਹਰ ਨਿਕਲਦਾ ਹੀ ਮਿਲ ਗਿਆ, ਇਹ ਤਾਂ ਭਗਵਾਨ ਨੇ ਬੜੀ ਕਿਰਪਾ ਕੀਤੀ। ਤੇ ਇਹ ਦੱਸ ਤੇਰਾ ਨਾਂ ਕੀ ਹੈ? ਕਹਿੰਦਾ ਮੇਰਾ ਨਾਂ ਲੋਕ ਅੰਤਰਜਾਮੀ ਕਹਿੰਦੇ। ਕਹਿੰਦੇ ਵੀ ਨਾਂ ਵੀ ਤੇਰਾ ਵਧੀਆ ਹੈ, ਚੰਗਾ ਵੀ ਅੰਤਰਜਾਮੀ, ਘਰੇ ਚੱਲ ਤੇ ਆਪਣੀਆਂ ਸ਼ਰਤਾਂ ਸ਼ੁਰਤਾਂ ਦੱਸ ਦੇ, ਜਿਹੜਾ ਕੋਈ ਲੈਣਾ ਦੇਣਾ ਉਹ ਦੱਸ ਦੇ, ਸਾਡੇ ਰਹਿ ਪਾ। ਅਸੀਂ ਬਜ਼ੁਰਗ ਆਏ ਗਏ ਸਾਧੂ ਰਹਿੰਦੇ, ਉਹਨਾਂ ਦੀ ਸੇਵਾ ਤੂੰ ਕਰਨੀ ਹੈ। ਘਰ ਵਾਲੀ ਨੂੰ ਜਾ ਕੇ ਕਹਿਣ ਲੱਗੇ, ਲੈ ਆ ਬਾਹਰ ਹੀ ਨਿਕਲਿਆ ਸੀ ਦਰਵਾਜ਼ੇ ਤੋਂ, ਅੱਗੇ ਖੜਾ ਸੀ, ਇਹਦੇ ਨਾਲ ਗੱਲ ਕੀਤੀ ਹੈ, ਮੰਨ ਗਿਆ। ਇਹ ਕਹਿੰਦਾ ਸਾਧੂਆਂ ਸੰਤਾਂ ਦੀ ਸੇਵਾ ਕਰਕੇ ਮੈਂ ਬਹੁਤ ਖੁਸ਼ ਹਾਂ, ਤੇ ਨਾਂ ਵੀ ਇਹਦਾ ਵਧੀਆ ਹੈ, ਅੰਤਰਜਾਮੀ ਕਹਿੰਦਾ ਨਾ। ਚੰਗਾ ਹੁਣ ਤੂੰ ਇਹਨੂੰ ਸੰਭਾਲ ਲਾ, ਤੇ ਇਹਦੇ ਖਾਣ ਪੀਣ ਦਾ ਜਿਹੜੀ ਦੇਖ ਰੇਖ ਤੂੰ ਕਰਨੀ ਹੈ। ਫਿਰ ਉਹ ਕਹਿੰਦੇ ਲੈ ਵੀ ਕਿੰਨੇ ਰੁਪਈਏ ਲਵੇਂਗਾ? ਕਹਿੰਦਾ ਜੀ ਰੁਪਈਏ ਕੋਈ ਨਹੀਂ ਲੈਣੇ, ਮੁਫਤ ਸੇਵਾ ਕਰੂੰਗਾ। ਤੇ ਪਹਿਲਾਂ ਵੀ ਮੁਫਤ ਹੀ ਕਰਦਾ, ਮੈਂ ਨਹੀਂ ਲੈਂਦਾ ਕੁਛ। ਕਹਿੰਦੇ ਫੇਰ ਵੀ ਕੋਈ ਗੱਲ? ਕਹਿੰਦੇ ਇਹ ਹੈ ਵੀ ਇੱਕ ਤਾਂ ਤੁਹਾਡੇ ਵਿੱਚੋਂ ਮੇਰੀ ਕੋਈ ਨਿੰਦਿਆ ਨਾ ਕਰੇ, ਜੇ ਮੇਰੀ ਨਿੰਦਿਆ ਕਰੀ ਫਿਰ ਮੈਂ ਭੱਜੂ। ਜਿੰਨਾ ਚਿਰ ਪ੍ਰੇਮ ਕਰੋਗੇ ਓਨਾ ਚਿਰ, ਜਿੱਦਣ ਮੈਨੂੰ ਮਾੜਾ ਕਹਿ ਤਾਂ ਮੈਂ ਨਹੀਂ ਰਹਿਣਾ। ਕਹਿੰਦੇ ਹੋਰ ਸ਼ਰਤ ਹੈ ਵੀ ਜਿੰਨਾ ਤੁਸੀਂ ਮੈਨੂੰ ਦਿਓਗੇ ਓਨਾ ਮੈਂ ਖਾਊਂਗਾ, ਮੈਂ ਨਹੀਂ ਕਹਿਣਾ ਹੋਰ ਦੇ, ਇਹ ਤੁਹਾਡੇ ਤੇ ਨਿਰਭਰ ਹੋਊਗਾ, ਜਿੰਨਾ ਤੁਸੀਂ ਦਿਓਗੇ ਓਨਾ ਖਾਊਂ ਮੈਂ, ਓਨਾ ਖਾ ਜਾਣਾ ਹੈ। ਤੇ ਤੀਜਾ ਹੈ ਵੀ ਜਦੋਂ ਮੈਂ ਕਰਦਾ ਕਰਾਉਣਾ ਹੋਵੇ ਤੁਸੀਂ ਰੋਕ ਟੋਕ ਨਹੀਂ ਕਰਨੀ ਮੈਨੂੰ, ਵਿੱਚ ਵਿਚਾਲੇ ਨਹੀਂ ਤੇ ਕਰਨਾ, ਐ ਕਰ ਓਏ ਕਰ, ਇਹ ਨਹੀਂ ਮੈਂ ਹੋਣ ਦੇਣੀ। ਕਹਿੰਦੇ ਇਹ ਵੀ ਚੰਗਾ, ਤਿੰਨੇ ਸ਼ਰਤਾਂ ਸਾਨੂੰ ਮਨਜ਼ੂਰ ਹੈ, ਜਦੋਂ ਤੈਨੂੰ ਅਸੀਂ ਕਿਉਂ ਮਾੜਾ ਆਖਾਂਗੇ, ਤੈਨੂੰ ਅਸੀਂ ਆਪਣੇ ਆਪ ਜਦੋਂ ਤੂੰ ਵਧੀਆ ਕੰਮ ਕਰੇਗਾ ਤੈਨੂੰ ਆਪ ਪੁੱਛਾਂਗੇ ਵੀ ਹੋਰ ਲੈਣਾ ਖਵਾਵਾਂਗੇ ਰੱਜ ਕੇ। ਤੇ ਬਾਕੀ ਜਿਹੜਾ ਤੂੰ ਕਹਿ ਰਿਹਾ ਉਹ ਸਾਰਾ ਕੁਝ ਸਾਨੂੰ ਮਨਜ਼ੂਰ ਹੈ, ਰਹਿ ਪਾ। 13 ਮਹੀਨੇ ਤੱਕ ਇਹਨਾਂ ਦੇ ਘਰ ਦੇ ਵਿੱਚ ਪਰਮੇਸ਼ਰ ਨਾਮ ਜਪਣ ਕਰਕੇ ਉਹ ਗੋਲੇ ਬਣ ਕੇ ਟਹਿਲੂਆ ਬਣ ਕੇ ਰਹੇ। ਇੱਕ ਦਿਨ ਉਹ ਭਗਤ ਜੀ ਤਾਂ ਆਪਣਾ ਬਾਹਰ ਸ਼ਹਿਰ ਸਪਾਟਾ ਕਰਨ ਨਿਤਨੇਮ ਕਰਨ ਲਈ ਚਲੇ ਗਏ, ਤੇ ਅੰਤਰਜਾਮੀ ਚ ਉਹ ਜਿਹੜੀ ਤੁਲੋਚਨ ਦੀ ਘਰ ਵਾਲੀ ਉਹ ਘਰੇ ਹੈ। ਮਨ ਵਿੱਚ ਖਿਆਲ ਆਇਆ ਵੀ ਦੇਖੋ ਜਿਹੜਾ ਇੱਕ ਟਹਿਲੂਆ ਹੈ ਰੱਖਿਆ ਹੈ, ਜਿੰਨਾ ਮੈਂ ਦੇ ਦਿੰਦੀ ਓਨਾ ਖਾ ਲੈਂਦਾ ਹੈ, ਤੇ ਸਾਰੀ ਦਿਹਾੜੀ ਕੰਮ ਕਰੀ ਜਾਂਦਾ ਹੈ। ਫਿਰ ਦੇਖੋ ਦੱਸਣ ਦੀ ਕਹਿਣ ਦੀ ਲੋੜ ਨਹੀਂ ਹੈ, ਮੈਂ ਜੇ ਸੋਚਦੀ ਹੁੰਦੀ ਹੈ ਪਹਿਲਾਂ ਹੀ ਕਰਕੇ ਰੱਖ ਦਿੰਦਾ ਇਹ ਕੰਮ। ਵੀ ਆਟਾ ਪੀਣ ਨੂੰ ਮੈਂ ਕਹਿਣਾ ਹੁੰਦਾ ਹੈ, ਇਹ ਪਹਿਲਾਂ ਹੀ ਛੁੱਟ ਕੇ ਤੇ ਪੀ ਕੇ ਲਿਆ ਕੇ ਰੱਖ ਦਿੰਦਾ। ਵੀ ਇਹ ਨਾ ਕਿਸੇ ਨੇ ਅੰਤਰਜਾਮੀ ਰੱਖਿਆ ਵੀ ਇਹ ਤਾਂ ਦਿਲਾਂ ਦੀਆਂ ਜਾਣਦਾ, ਬਿਲਕੁਲ 16 ਨੇ ਵੀ ਪਹਿਲਾਂ ਕਰਦਾ ਹੈ, ਇਹ ਕਦੇ ਭੁੱਖਾ ਧਿਆਇਆ ਨਾ ਰਹਿ ਜਾਂਦਾ ਹੋਵੇ। ਵੀ ਹੁਣ ਮੈਂ ਅੱਜ ਇਹਨੂੰ ਰਲਾ ਕੇ ਖਵਾਉਣਾ ਹੈ, ਤੇ ਦੇਖਣਾ ਵੀ ਕਿੰਨਾ ਕੁ ਖਾ ਲੈਂਦਾ ਹੈ। ਵੱਡੀ ਸਾਰੀ ਆਟੇ ਦੀ ਭਰਾਂਤ ਗੁੰਨ ਲਈ, ਘਰਾੜੀ ਨੇ ਲਾਗੀ ਪਕਾਉਣ। ਕਹਿੰਦੇ ਲੈ ਵੀ ਅੰਤਰਜਾਮੀ ਬਹਿ ਜਾ ਚੌਂਕੜਾ ਮਾਰ ਕੇ,
जिन्ना अज जी करदा खुला खा, बाकियां नूं फिर देखांगे। वो प्रेम नाल छकाई गई, पाई गई, इधर शिव नाल छकी गए, प्राण दी प्राण प्रशादियां दी छक गए। आ प्रेम प्रूम आए कराड़ों दा किधरे गया, लागी पुड़ पुड़ करना। तो बाहर निकल के इधर उधर चकन लगी, गुआंढ निकले, कहते की है की है, कहते की दसा भैने, आ करे नौकर कादा लग्या, 7 छुट्टियां दा भुखा है। सुझाया नहीं रजदा, अज बड़ी सारी प्रांत में आटे दी गुन के लागी खोन, कोई तुरया गया ना नहीं कही, छटियां दा भुखा है। तवा लाया तो बस लोप हो गए। फिर घंटे 2 घंटे तो बाजा मारे, अंतरजामी 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 बस गए। फिर उन्होंने त्रिलोचन जी आ गए। फिर उस वेले कहते भी पता नहीं की गल हुई, अंतरजामी किधर पहुंच गए। कहते कोई गलबात तो ऐसी बैसी की, कहते नहीं कोई नहीं की, मैं तो सिर्फ आटे की प्रांत गुण के उन्होंने छकाउण लग पई सी, खाई गए, सारे खा गए। कहते चलो वो तो ओदी मौज है, तू तो नहीं कुछ मुक्कों बकिया। कहते नहीं नहीं कुछ ना कुछ तो क्या होगा। कहते हाँ गुआंढण नाल गल जी कीती सी, भी टहलुआ तो वधिया है, सेवा तो बड़ी करदा, पर है छटियां दा भुखा है। कहते पाता पुआड़ा, उन्हें नहीं होना मुड़ के, हो जा कित्थों लभूगा। फिर लग गई भगवान नूं निंदण भंडण। कहते पहला तो साडे दिता नहीं घरे बच्चा, हुण आ मसा मसा लियांदा सी लभ के, ये भी खो लिया तू बड़ा भैड़ा रब्बा, सानू मारना है बुढ़िया नूं। उस वेले जो निंदण भंडण लग गए तो उतरों आवाज जी भगत जी नूं आई, कहंदे भी ये ऐ कहंदी सी, इस करके जे तुसीं कहो तो मैं आ जाना। फिर कहंदे ओ देख भलगे मानसे, ओ जिहदा नाम जपदे ओ गोला बन के आया सी, तू ओनू भंडी जानी है। नारायण निंद सिकाए भूली गवारी, दुकर सुकर थारो कर मरी। तेरा कर्म है, तेरे माड़े कर्म करके तेरे नहीं होया, तू रहन नूं भंडदी है, ओनू माड़ा आखदी है। ये पाप रूप कर्म तेरा है, तू निंदिया करी तरी जानी ऐसे दी। इस तरह जानी जिहड़ा त्रिलोचन भगत है, जिहदे घरे ओ नाम दे करके परमेश्वर कहंदे 13 महीने एक गोले बन के रहे। जे किते वो बाणियां नाम ना जपदा हुंदा, किसी ने नहीं होना सी, उवें मरना सी बुढ़िया ने बिना पानी तो। शायद कोई मटी मुटी भी बनाउंदा कि नहीं बनाउंदा, औत मरदे। ये नाम का प्रताप है, उन्होंने श्री गुरु ग्रंथ साहिब दे विच बाणी चढ़ी हुई है। तो 13 महीने उन्होंने घरे भगवान अंतरजामी गोला बन के सेवा कर गया। इं इत्थे कवि संतोख सिंह जी कहते नाम ऐसा भाई इस महान है, ये भगत बना दिंदा है, ये परमेश्वर नूं भी सेवा करन विच ला दिंदा है। चौथे नंबर ते है कहते नारद, ये भी नाम करके महान है। पहले जन्म विच दासी दा पुत्र सी नारद, इस तरह पुराणा विच लिखे है। जेड़े ये नानके रहिंदा हुंदा सी, ते जेड़े पिंड दे बच्चे जदों रात नूं खेडदे ना, ते इहनूं फड़ के कुੱਟदे। बच्चा सियाने कहते ना इनू ना कुटो, एक तो ये दासी का पुत है बेचारा, दूजा बेचारा नानके दिन कटदा, ये तो उतों बिपता दा मार।
ਫਿਰ ਘਰੇ ਆਇਆ, ਕਹਿੰਦੇ ਵੀ ਮਾਂ ਮੈਂ ਦਾਸੀ ਦਾ ਪੁੱਤ ਹੈ? ਕਹਿੰਦੇ ਹਾਂ ਦਾਸੀ ਦਾ ਪੁੱਤ ਹੈ। ਮੈਂ ਨਾਨਕੇ ਰਹਿਣਾ? ਕਹਿੰਦੇ ਹਾਂ, ਦੋਵੇਂ ਕੱਢੇ ਹੋਏ ਘਰੋਂ। ਕਹਿੰਦੇ ਹੈ ਕਹਿੰਦੇ ਮਹਾਨ ਹੋ ਸਕਦਾ ਮੈਂ? ਕਹਿੰਦੇ ਹਾਂ, ਪਰਮੇਸ਼ਰ ਦਾ ਨਾਮ ਜਪ ਲੈ, ਹੈ ਜਨਮ ਤਾਂ ਨਹੀਂ, ਅਗਲੇ ਜਨਮ ਵਿੱਚ ਨੂੰ ਜਿੱਦਾਂ ਮਰਜੀ ਵੱਡਾ ਬਣ ਜੇ। ਕਹਿੰਦੇ ਫਿਰ ਚੰਗਾ, ਫਿਰ ਹੁਣ ਮੈਂ ਨਾਮ ਜਪ ਕੇ ਮਹਾਨ ਬਣੂੰਗਾ। ਤੇ ਪਹਿਲਾਂ ਨਾ ਨਾਮ ਜਪ ਕੇ ਮੈਂ ਦਾਸੀ ਦਾ ਪੁੱਤ ਨਹੀਂ ਹੋਣਾ, ਮੈਂ ਤਾਂ ਬ੍ਰਹਮਾ ਦਾ ਪੁੱਤ ਬਣੂ। ਇਸ ਤਰ੍ਹਾਂ ਫਿਰ ਲੱਗ ਗਿਆ ਨਾਮ ਜਪਣ। ਦੇਖ ਲਓ ਹੁਣ ਨਾਰਦ ਨੂੰ ਬ੍ਰਹਮਾ ਦਾ ਪੁੱਤਰ ਆਖਦੇ ਆ ਵੀ ਇਹ ਨਾਮ ਦੇ ਜਾਪ ਕਰਕੇ ਆ। ਕੋਈ ਉਹਨੂੰ ਨਹੀਂ ਕਹਿੰਦਾ ਵੀ ਨਾਨਕੇ ਧੱਕੇ ਖਾਂਦਾ ਸੀ, ਮਾਂ ਬੱਚਿਆਂ ਕੋਲ ਕੁੱਟ ਖਾਂਦਾ ਸੀ। ਨਾਮ ਜਪਣ ਕਰਕੇ ਆ ਜਿਹਨੂੰ ਬ੍ਰਹਮਾ ਦਾ ਪੁੱਤਰ ਕਹਿੰਦੇ ਆ ਤੇ ਮੁਨੀ ਕਹਿੰਦੇ ਆ। ਫਿਰ ਦੇਖ ਲਓ ਨਾਮ ਦਾ ਪ੍ਰਤਾਪ ਹੈ, ਜਿੱਥੇ ਮਰਜੀ ਚਲਾ ਜਾਏ, ਇਹਨੂੰ ਨਹੀਂ ਕੋਈ ਰੋਕ ਟੋਕ ਹੈਗੀ ਹੈ। ਜਿਹੜਾ ਵੀ ਕੋਈ ਅਵਤਾਰ ਹੁੰਦਾ ਉਹਦੇ ਕੋਲੇ ਜਾ ਬਹਿੰਦਾ, ਜਾ ਮੱਥਾ ਟੇਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਵੀ ਇਹ ਨਾਰਦ ਮੁਨੀ ਆ ਗਿਆ ਸੀ, 6ਵੇਂ ਪਾਤਸ਼ਾਹ ਕੋਲ ਵੀ ਆਇਆ, ਇਤਿਹਾਸ ਵਿੱਚ ਪ੍ਰਸੰਗ ਹੈ। ਆ ਕੇ ਮਹਾਰਾਜ ਦੀ ਮਹਿਮਾ ਕਰਨ ਲੱਗ ਪਿਆ ਸੀ। ਮਹਾਰਾਜ ਕਹਿੰਦੇ ਵੀ ਕਿਵੇਂ ਆਏ ਆ? ਕਹਿੰਦੇ ਮਹਾਰਾਜ ਮੈਂ ਤਾਂ ਬੇਨਤੀ ਕਰਨ ਆਇਆ, ਤੇ ਜਿਸ ਕੰਮ ਲਈ ਤੁਸੀਂ ਆਏ ਉਹ ਤਾਂ ਕਰਦੇ ਨਹੀਂ, ਤੁਸੀਂ ਚੁੱਪ ਚੁਪਾਤੇ ਬੈਠੇ ਆ, ਖੜਕਾਓ ਡੰਡਾ ਡੁੰਡਾ, ਮਰਚਾ ਜੁੜਾਸਾ। ਮਹਾਰਾਜ ਵੀ ਕਹਿੰਦੇ ਵੀ ਅਸੀਂ ਤਾਂ ਚਾਹੁੰਦੇ ਸੀ ਵੀ ਨਾਰਦ ਮਨੂੰ ਹੋਊਗਾ, ਲੜਾਈ ਜਾਗੂਗੀ, ਵੀ ਤੂੰ ਆ ਗਿਆ, ਤੈਨੂੰ ਉਡੀਕਦੇ ਸੀ, ਬਸ ਹੁਣ ਜੰਗ ਜਾਗ ਪੈਣਗੇ, ਅੱਗੇ ਬਸ ਜੰਗ ਹੀ ਜੰਗ ਹੋਣਗੇ, ਲੜਾਈਆਂ ਵੇਖੀ ਜਾਣਗੀਆਂ। ਬਹੁਤ ਸੇ ਫਿਰ ਲੱਗ ਗਿਆ ਨੱਚਣ। ਨਾਰਦ ਮੁਨੀ ਬੀਨ ਲੈ ਕੇ ਮਹਾਰਾਜ ਨੇ ਸੁਣ ਲਈ ਪੁਕਾਰ, ਹੁਣ ਜੰਗ ਜੁੱਧ ਦੇਖਾਂਗੇ, ਡੰਡਾ ਖੜਕਦਾ। ਇਸ ਤਰ੍ਹਾਂ ਜਿਹੜਾ ਨਾਰਦ ਮੁਨੀ ਹੈ ਉਹ ਨਾਮ ਦੇ ਪ੍ਰਤਾਪ ਨੂੰ ਜਾਣਦਾ ਵੀ ਜਿਸ ਕਰਕੇ ਉਹ ਬ੍ਰਹਮਾ ਦਾ ਪੁੱਤਰ ਬਣਿਆ, ਤੇ ਸਾਰੇ ਅਵਤਾਰਾਂ ਦੇ ਜਦੋਂ ਦਰਸ਼ਨ ਕਰਨਾ ਚਾਹੁੰਦਾ ਉੱਥੇ ਚਲਿਆ ਜਾਂਦਾ। ਗੁਰੂ ਕਲਗੀਧਰ ਜੀ ਕੋਲ ਵੀ ਆਇਆ ਸੀ, ਹਮਾਊ ਪੰਖੀ ਦੇ ਖੰਭ ਜੇ ਲੈ ਕੇ। ਮਹਾਰਾਜ ਨੇ ਪਛਾਣ ਲਿਆ ਸੀ, ਕਹਿੰਦੇ ਵੀ ਆਓ ਜੀ, ਤੁਹਾਡੇ ਤਾਂ ਦਰਸ਼ਨ ਹੀ ਦੁਰਲੱਭ ਹੈ ਨਾਮ ਜਪਣ ਵਾਲਿਆਂ ਦੇ, ਆ ਕਾਹਨੂੰ ਖੇਚਲ ਕਰਨੀ ਸੀ। ਕਹਿਣ ਲੱਗਿਆ ਨਹੀਂ ਮਹਾਰਾਜ, ਆਪ ਤੋਂ ਜਿਹੜੇ ਵੱਡੇ ਹੁੰਦੇ ਆ ਨਾ, ਉਹਨਾਂ ਦੇ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਇਸ ਕਰਕੇ ਮਹਾਰਾਜ ਮੈਂ ਆ ਜਿਹੜੇ ਹਮਾਊ ਪੰਛੀ ਦੇ ਖੰਭ ਹੈ ਉਹ ਲੈ ਕੇ ਆਇਆ। ਇਹ ਆਪਣੇ ਤੀਰਾਂ ਨੂੰ ਜੜਾ ਲੈਣੇ, ਇਹਨਾਂ ਵਿੱਚ ਬਹੁਤ ਤੇਜ਼ੀ ਆ ਜਾਏਗੀ। ਇਸ ਤਰ੍ਹਾਂ ਬਚਨ ਵਿਲਾਸ ਜੇ ਕਰਕੇ ਜਦੋਂ ਚੱਲਣ ਲੱਗਿਆ, ਗੁਰੂ ਮਹਾਰਾਜ ਸਿੰਘਾਂ ਨੂੰ ਕਹਿੰਦੇ ਲਓ ਵੀ ਸਤਿਕਾਰ ਵਾਲੇ ਨੇ ਇਹਨੂੰ ਧੋਰਿਆ ਉਹ ਸਾਧੂ ਨੂੰ। ਜਦੋਂ ਤੋਰਨ ਕੇ ਬਾਹਰ ਜਾ ਨਿਕਲਿਆ, ਉਦੋਂ ਹੀ ਦਿਖਣਾ ਬੰਦ ਹੋ ਗਿਆ। ਤੇ ਸਿੰਘ ਕਹਿੰਦੇ ਮਹਾਰਾਜ ਵੀ ਉਹ ਤਾਂ ਆਪਦੇ ਪਾਸੋਂ ਨਿਕਲਦੇ ਪਾਸ ਹੀ ਉਹ ਲੋਕ ਹੋ ਗਿਆ, ਉਹ ਕੌਣ ਸੀ? ਗੁਰੂ ਮਹਾਰਾਜ ਕਹਿੰਦੇ ਵੀ ਨਾਰਦ ਸੀ, ਬ੍ਰਹਮਾ ਦਾ ਪੁੱਤ। ਉਹ ਆਇਆ ਸੀ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਦਰਸ਼ਨ ਕਰਦਾਰ। ਕਹਿੰਦੇ ਮਹਾਰਾਜ ਆਹ ਜਿਹੜੀ ਭੇਟਾ ਅਜੀਬ ਤਰ੍ਹਾਂ ਦੀ ਲੈ ਕੇ ਹੈ। ਕਹਿੰਦੇ ਹਾਂ ਇਹ ਵੀ ਅਜੀਬ ਹੀ ਭੇਟਾ ਉਹਦੀ। ਹੋਰ ਤੀਰਾਂ ਨਾਲ ਜੜਵਾਏ, ਵੇਖਿਆ ਵੀ ਖੜੋ ਸਾਰੇ ਚਾਰ ਸਵੇਰੇ ਸਾਵਧਾਨ ਹੋ ਕੇ ਤੀਰ ਜਿੱਥੇ ਡਿੱਗਣ ਲੱਭ ਕੇ ਲਿਆਉਣੇ। ਉਹ 5 ਤੀਰ ਚਲਾਏ, 5 ਧਰਤੀ ਤੇ ਨਹੀਂ ਆਏ ਸੀ, ਉੱਪਰ ਹੀ ਆਕਾਸ਼ ਵਿੱਚ ਹੀ ਅਲੋਪ ਹੋ ਗਏ ਸੀ। ਫਿਰ ਗੁਰੂ ਮਹਾਰਾਜ ਕਹਿੰਦੇ ਵੀ ਇਹ ਤੀਰਾਂ ਉਹ ਜਿਹੜੇ ਖੰਭ ਸੀ ਉਹਨਾਂ ਵਿੱਚ ਹੀ ਐਸੀ ਵਿਸ਼ੇਸ਼ਤਾ ਸੀ, ਐਸਾ ਤਾਕਤ ਸੀ। ਉਹ ਹਮਾਊ ਪੰਛੀ ਦੇ ਖੰਭ ਸੀ, ਉਹ ਇੱਧਰ ਆਕਾਸ਼ ਉੱਪਰ ਰਹਿੰਦੇ ਨੇ। ਤੇ ਦੇਖ ਲਓ ਜਿਹੜੇ ਖੰਭ ਸੀ ਉਹ ਤੀਰਾਂ ਨੂੰ ਵੀ ਆਪਣੇ ਲੋਕ ਵਿੱਚ ਜਿੱਥੇ ਉਹ ਰਹਿੰਦੇ ਉੱਥੇ ਲੈ ਗਏ ਹਨ। ਇਸ ਤਰ੍ਹਾਂ ਦੇ ਬਚਨ ਫਿਰ ਬਾਣੀ ਦੇ ਸੰਬੰਧ ਵਿੱਚ ਕਿਹਾ ਵੀ ਇਹ ਬਾਣੀ ਪਰਮੇਸ਼ਰ ਕੋਲੋਂ ਆਈ ਹੈ, ਜਿਹੜਾ ਆਪਣੇ ਮਨ ਰੂਪੀ ਤੀਰ ਦੇ ਨਾਲ ਬਾਣੀ ਰੂਪ ਖੰਭ ਨੂੰ ਜੋੜ ਲੂਗਾ, ਬਾਣੀ ਵੀ ਅਕਾਲ ਪੁਰਖ ਕੋਲ ਲੈ ਜਾਓ ਤੁਹਾਨੂੰ। ਇਹ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ।
ਇਸ ਤਰ੍ਹਾਂ ਕਹਿੰਦੇ ਜਿਹੜਾ ਨਾਰਦ ਮੁਨੀ ਹੈ ਜਿਹਨੇ ਨਾਮ ਦੇ ਜਾਪ ਕਰਕੇ ਬ੍ਰਹਮਾ ਦਾ ਪੁੱਤਰ ਖਵਾਇਆ, ਤੇ ਪੰਜ ਰਾਤਰੀ ਜਿਹੜਾ ਗ੍ਰੰਥ ਹੈ ਜਿਹਦੇ ਵਿੱਚ 11 ਪ੍ਰਕਾਰ ਦੀ ਭਗਤੀ ਲਿਖੀ ਹੋਈ ਹੈ ਖੋਲ ਖੋਲ ਕੇ, ਉਹ ਐਸਾ ਮਹਾਨ ਪੁਸਤਕ ਦਾ ਲਿਖਾਰੀ ਨਾਰਦ ਮੁਨੀ ਹੋਇਆ ਹੈ। ਇਹ ਨਾਮ ਕਰਕੇ ਮਹਾਨ ਹੈ। ਧਰੂ ਸੰਕਾਦ ਜੈ ਦੇਵ ਸਤੰਨਾ। ਇਸੇ ਤਰ੍ਹਾਂ ਧਰੂ ਭਗਤ ਜੀ ਹੋਇਆ। 5 ਬਾਰ ਕੋ ਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਨਹੀਂ ਤਾਂ ਮਤਰੇਈ ਮਾਂ ਨੇ ਵੇਖ ਲੋ ਕੁੱਛੜ ਚੋਂ ਕੱਢ ਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ। ਕਹਿੰਦੇ ਜੇ ਤੂੰ ਇਹ ਪਿਓ ਦੀ ਗੋਦ ਵਿੱਚ ਬਹਿਣਾ ਫਿਰ ਮਰ ਕੇ ਨਾ ਸਰੀਰ ਛੱਡ ਕੇ ਮੇਰੇ ਪੇਟ ਰਾਹੀਂ ਹੋ ਕੇ ਜੰਮ, ਫੇਰ ਤੂੰ ਇਹ ਗੋਦ ਵਿੱਚ ਬੈਠ ਸਕਦਾ ਹੈ। ਉਹ ਡੁਸਕਾਰੇ ਜੇਕਾ ਮਾਰਦਾ ਆਪਣੀ ਮਾਂ ਕੋਲ ਆ ਗਿਆ ਸੀ ਤੇ ਮਾਂ ਨੂੰ ਕਹਿਣ ਲੱਗਾ ਵੀ ਤੂੰ ਰਾਣੀ ਹੈ ਕਿ ਦਾਸੀ ਹੈ? ਕਹਿਣ ਲੱਗੀ ਹੈ ਤਾਂ ਮੈਂ ਜਨਮ ਤੋਂ ਲੈ ਕੇ ਰਾਣੀ ਕਿਸੇ ਰਾਜੇ ਦੇ ਘਰੇ ਪੈਦਾ ਹੋਈ ਹੈ ਤੇ ਰਾਜੇ ਦੇ ਘਰੇ ਵਿਆਹੀ ਹੋਈ ਹੈ। ਪਰ ਗੱਲ ਹੈ ਵੀ ਹੋਰ ਪੁੰਨਦਾਨ ਤਾਂ ਬਹੁਤ ਕੀਤੇ, ਨਾਮ ਨਹੀਂ ਜਪਿਆ ਹੈ। ਨਾਮ ਨਾ ਜਪਣ ਕਰਕੇ ਮੇਰੀ ਇੱਥੇ ਰਾਜੇ ਦੇ ਘਰ ਦੇ ਵਿੱਚ ਵੀ ਕੋਈ ਆਦਰ ਸਤਿਕਾਰ ਨਹੀਂ ਹੈ। ਤੇ ਇਹ ਪੁੱਤਰ ਜੇ ਤੂੰ ਆਦਰ ਸਤਿਕਾਰ ਚਾਹੁੰਦਾ ਫਿਰ ਤਕੜਾ ਹੋ ਕੇ ਪਰਮੇਸ਼ਰ ਦਾ ਨਾਮ ਜਪ, ਜੋ ਚਾਹੇ ਉਹ ਕੁਛ ਲੈ ਲਏਗਾ। ਦੱਸੋ ਮਾਂ ਦੀ ਸਿੱਖਿਆ ਦਾ ਐਸਾ ਅਸਰ ਹੋਇਆ ਧਨੂਪੁਰ। ਕਹਿੰਦਾ ਚੰਗਾ ਮਾਂ ਹੁਣ ਮੈਂ ਜੰਗਲ ਵਿੱਚ ਜਾ ਕੇ ਇੰਨਾ ਨਾਮ ਜਪੂੰ ਜਿਸ ਪਦਵੀ ਤੇ ਮੇਰਾ ਦਾਦਾ ਪੜਦਾਦਾ ਲੱਕੜ ਦਾਦਾ ਨਹੀਂ ਨਾ ਪੁੱਜਿਆ, ਉੱਥੇ ਪੁੱਜੂ। ਉਹ ਪਦਵੀ ਤੇ ਪੁੱਜੂ ਜਿਹਦੀ ਪਦਵੀ ਮੁੜ ਕੇ ਅਟਲ ਪਦਵੀ ਤੇ ਜਾਊਂ। ਉਹ ਰਾਜ ਭਾਗ ਕਰੂੰ ਜਿਹੜਾ ਖੁੱਸੇ ਨਾ। ਬਸ ਫਿਰ ਚੱਲ ਪਿਆ, ਬਾਹਰ ਚੱਲਿਆ ਕਰਨ ਤਪ। ਅੱਗੇ ਨਾਰਦ ਮੁਨੀ ਜੀ ਮਿਲ ਗਏ ਇਹਨੂੰ। ਕਹਿੰਦੇ ਉਹ ਕਿੱਧਰ ਚੱਲੇ ਆ? ਕਹਿੰਦਾ ਜੀ ਮੈਂ ਚੱਲਿਆ ਤਪ ਕਰਨ, ਨਾਮ ਜਪਣ। ਕਹਿਣ ਲੱਗੇ ਉਹ ਬੱਚਾ ਹਾਂ। ਕਹਿੰਦੇ ਤਰਕ ਮਾਰੀ ਮਤਰੇਈ ਮਾਂ ਨੇ, ਮੈਨੂੰ ਚੱਕ ਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੈ। ਮੈਂ ਹੁਣ ਨਾਮ ਜਪ ਕੇ ਅਟਲ ਪਦਵੀ ਪ੍ਰਾਪਤ ਕਰਨੀ ਹੈ, ਮੈਂ ਨਹੀਂ ਜਾਣਾ ਕਰੇ। ਕਹਿਣ ਲੱਗੇ ਚਲੋ ਬੱਚਿਆਂ ਨੂੰ ਐਸਾ ਕਹਿ ਕਹਾ ਦਈਦਾ, ਗੁੱਸਾ ਨਹੀਂ ਕਰੀਦਾ। ਕਹਿੰਦਾ ਜੀ ਨਹੀਂ, ਗੱਲ ਉਹਨੇ ਸਹੀ ਕਹੀ ਹੈ, ਮੈਂ ਠੀਕ ਹੈ, ਮੈਨੂੰ ਹੁਣ ਤੁਸੀਂ ਕੋਈ ਰਾਹ ਦਿਓ। ਫਿਰ ਉਹ ਨਾਰਦ ਮੁਨੀ ਨੇ ਇਹਨੂੰ ਗੁਰ ਮੰਤਰ ਦੇ ਦਿੱਤਾ। ਕਹਿੰਦੇ ਓ ਨਮੋ ਭਾਗਵਤੇ, ਇਸ ਤਰ੍ਹਾਂ ਸ਼੍ਰੀ ਵਾਸੁਦੇਵਾਏ ਨਮଃ ਇਹ ਮੰਤਰ ਦ੍ਰਿੜਾ ਦਿੱਤਾ। ਕਹਿੰਦੇ ਇਹ ਜਪੀ ਚੱਲ, ਜੋ ਚਾਹੁੰਦਾ ਉਹ ਕੁਛ ਮਿਲ ਜਾਏਗਾ। ਫਿਰ ਲੱਗ ਗਿਆ 9 ਮਹੀਨੇ ਤੱਕ ਇਹ ਧਰੂ ਪ੍ਰਹਿਲਾਦ ਭਗਤ ਨੇ ਭਗਤੀ ਕੀਤੀ। ਇੱਕ ਪੈਰ ਦੇ ਅੰਗੂਠੇ ਦੇ ਭਾਰ ਹੋ ਕੇ ਖੜਿਆ। ਪਹਿਲਾਂ ਤਾਂ ਦਰਖਤਾਂ ਦੇ ਫਲ ਛਕਦਾ ਸੀ, ਫਿਰ ਉਹ ਵੀ ਛੱਡਦੇ। ਫਿਰ ਫੁੱਲ ਜੇ ਖਾਣ ਲੱਗ ਪਿਆ, ਫਿਰ ਹਰੇ ਹਰੇ ਪੱਤੇ ਜੇ ਖਾਣ ਲੱਗ ਪਿਆ, ਫਿਰ ਸੁੱਕੇ ਹੀ ਖਾਣ ਲੱਗ ਪਿਆ। ਅਖੀਰ ਤੇ ਫਿਰ ਪਾਣੀ ਤੇ ਗੁਜ਼ਾਰਾ। ਆਖਰੀ ਕਹਿੰਦੇ ਪਾਣੀ ਪੀਣਾ ਵੀ ਸਭ ਕੁਝ ਛੱਡ ਕੇ ਬਸ ਨਾਮ ਦੇ ਪ੍ਰੈਣ ਹੋ ਗਿਆ। ਫਿਰ ਉਹ ਭਗਵਾਨ ਨੇ ਆ ਕੇ ਦਰਸ਼ਨ ਦਿੱਤੇ ਧਰੂ ਨੂੰ। ਕਹਿਣ ਲੱਗਿਆ ਵੀ ਜੋ ਮੰਗਣਾ ਮੰਗ ਲੈ। ਇਹਦੀ ਐਸੀ ਲਿਬਰਟੀ ਲੱਗੀ ਹੈ, ਝਾਕਿਆ ਹੀ ਨਹੀਂ ਬਾਹਰ। ਉਹ ਐਸਾ ਸਰੂਪ ਦਾ ਧਿਆਨ ਅੰਦਰ ਬਸ ਗਿਆ ਇਸ ਦੇ ਧਰੂ ਦੇ। ਉਸ ਵੇਲੇ ਫਿਰ ਉਹਨੂੰ ਲੋਭ ਕੀਤਾ। ਜਦੋਂ ਅੱਖਾਂ ਖੋਲੀਆਂ ਬਾਹਰ ਉਸੇ ਸਰੂਪ ਦੇ ਦਰਸ਼ਨ ਹੋ ਗਏ। ਫਿਰ ਚਰਨੀ ਪੈ ਗਿਆ ਤੇ ਬਾਲਕ ਜਾਣ ਕੇ ਇਹਨੂੰ ਜੱਫੀ ਵਿੱਚ ਲੈ ਲਿਆ। ਕਹਿਣ ਲੱਗਿਆ ਵੀ ਮੰਗ ਧਰੂ ਕੀ ਮੰਗਦਾ ਹੈ? ਕਹਿਣ ਲੱਗਿਆ ਮਹਾਰਾਜ ਹੁਣ ਨਹੀਂ ਕੋਈ ਇੱਛਾ ਰਹੀ, ਹੁਣ ਤਾਂ ਸਭ ਇੱਛਾ ਖਤਮ ਹੈ, ਨਿਰਛਤ ਹਾਂ। ਕਹਿੰਦੇ ਨਹੀਂ, ਕੋਈ ਨਾ ਕੋਈ ਤਾਂ ਹੁਣ ਤੈਨੂੰ ਲੈਣਾ ਪਊ ਮੰਗ। ਕਹਿੰਦਾ ਜੀ ਦੱਸ। ਕਹਿ ਤਾ ਤੁਹਾਨੂੰ ਨਿਰਛਤ ਹਾਂ, ਕੋਈ ਇੱਛਾ ਨਹੀਂ ਰਹੀ। ਕਹਿਣ ਲੱਗੇ ਵੀ ਠੀਕ ਹੈ ਹੁਣ ਤੂੰ ਨਿਰਛਤ ਹੋ ਗਿਆ, ਪਰ ਜਦੋਂ ਤੂੰ ਘਰੋਂ ਚੱਲਿਆ ਸੀ ਉਦੋਂ ਇੱਛਾ ਕੀਤੀ ਸੀ ਵੀ
ਜਿਹੜੀ ਪਦਵੀ ਤੇ ਮੇਰਾ ਦਾਦਾ ਪੜਦਾਦਾ ਲੱਕੜ ਦਾਦਾ ਨਹੀਂ ਨਾ ਪੁੱਜਿਆ, ਉਸ ਪਦਵੀ ਤੇ ਮੈਂ ਬਿਰਾਜਮਾਨ ਹਾਂ। ਕਹਿੰਦੇ ਚੰਗਾ ਹੁਣ ਤੂੰ ਨਾਮ ਜਪਿਆ, ਨਾਮ ਦੇ ਪ੍ਰਤਾਪ ਨਾਲ ਤੈਨੂੰ ਅਟਲ ਪਦਵੀ ਪ੍ਰਾਪਤ ਹੋਊਗੀ। ਇੱਥੇ ਵੀ 36,000 ਵਰ੍ਹਾ ਤੂੰ ਰਾਜ ਭਾਗ ਕਰ, ਮਰਨ ਤੋਂ ਬਾਅਦ ਅਟਲ ਪਦਵੀ ਤੇ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨਾਮ ਦਾ ਪ੍ਰਤਾਪ ਐਸਾ ਵੀ ਧਰੂ ਨੇ ਜਪਿਆ 5 ਸਾਲਾਂ ਦੇ ਨੇ, ਉਹ ਅਟਲ ਪਦਵੀ ਨੂੰ ਪ੍ਰਾਪਤ ਹੋ ਗਿਆ। ਤੇ ਫਿਰ 36,000 ਵਰ੍ਹਾ ਹੈ ਦੁਨੀਆ ਤੇ ਧਰਤੀ ਤੇ ਉਹਨੇ ਰਾਜ ਭਾਗ ਕੀਤਾ। ਤੇ ਬਾਕੀ ਸਾਰਾ ਜਿਹੜਾ ਕਰਤੱਵ ਹੈ ਆਪੇ ਹੀ ਹੋਈ ਜਾਂਦਾ ਸੀ। ਫਿਰ ਉਹ ਬਸ ਭਗਤੀ ਕਰੀ ਜਾਂਦਾ ਸੀ, ਕੋਈ ਹਲਚਲ ਨਹੀਂ ਹੁੰਦੀ ਸੀ ਉਹਦੇ ਰਾਜ ਭਾਗ ਵਿੱਚ। ਸਭ ਪਾਸੇ ਲੰਗਰ ਛੇਤਰ ਲੱਗੇ ਹੁੰਦੇ ਸੀ। ਸੋ ਇਸ ਤਰ੍ਹਾਂ ਇੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਧਰੂ ਮਹਾਨ ਹੋਇਆ ਨਾਮ ਕਰਕੇ। ਸਨਕਾਦਿਕ ਬ੍ਰਹਮਾ ਦੇ 4 ਪੁੱਤਰ, ਇਹ ਵੀ ਵਿਦਿਆ ਪੜ੍ਹ ਗਏ ਸੀ। ਪੜ੍ਹ ਕੇ ਤੇ ਫਿਰ ਇਹਨਾਂ ਨੂੰ ਵਿਦਿਆ ਦਾ ਹੰਕਾਰ ਹੋ ਗਿਆ ਸੀ। ਇੱਕ ਵਾਰੀ ਆਪਣੇ ਬ੍ਰਹਮਾ ਪਿਓ ਕੋਲ ਆਏ, ਕਹਿੰਦੇ ਵੀ ਤੂੰ ਵੀ ਆਪਣੇ ਆਪ ਨੂੰ ਵੇਦ ਪਾਠੀ ਕਹਾਉਣਾ ਹੈ, ਪੜ੍ਹਿਆ ਲਿਖਿਆ ਕਹਾਉਣਾ ਹੈ, ਕਿ ਤੈਨੂੰ ਅਸੀਂ ਪ੍ਰਸ਼ਨ ਕਰਦੇ ਹਾਂ, ਇਹਦਾ ਥੋੜ੍ਹਾ ਜਿਹਾ ਧਿਆਨ ਨਾਲ ਵਿਚਾਰ ਨਾਲ ਵੀ ਉੱਤਰ ਦੇ ਸਾਨੂੰ। ਕਹਿੰਦੇ ਵੀ ਉਹ ਕੀ ਹੈ? ਕਹਿੰਦੇ ਵੀ ਪਿਓ ਇਹ ਦੱਸ ਵੇਦ ਪਾਠੀ ਵੀ ਜਿਹੜਾ ਮਨ ਹੈ, ਜਿਹੜੇ ਇੰਦਰੀਆਂ ਦੇ ਵਿਸ਼ੇ ਹੈ, ਇਹ ਤੋਂ ਅਲੱਗ ਹੋ ਕੇ ਵੱਖਰਾ ਹੋ ਕੇ ਕਿਹਦੇ ਆਸਰੇ ਰਹਿੰਦਾ ਹੈ? ਵੀ ਅੱਖਾਂ ਜਿਹੜੀਆਂ ਰੂਪ ਦੇ ਆਸਰੇ ਟਿਕਦੀਆਂ, ਕੰਨ ਜਿਹੜੇ ਆ ਜਿੱਥੇ ਸੁਣਗਾਉਣ ਸੁਣਦਾ ਉੱਥੇ ਟਿਕਦੇ ਆ, ਜਾਂਦੇ ਆ ਉਧਰ ਨੂੰ, ਅੱਖਾਂ ਉਧਰ ਨੂੰ ਜਾਂਦੀਆਂ। ਜ਼ੁਬਾਨ ਰਸਾਂ ਕਸਾਂ ਦੇ ਆਸਰੇ ਹੈ। ਤੇ ਇਹ ਜਿਹੜਾ ਮਨ ਹੈ ਵਿਸ਼ਿਆਂ ਤੋਂ ਵੱਖਰਾ ਹੋ ਕੇ ਫਿਰ ਅਲੱਗ ਹੋ ਕੇ ਕਿਹਦੇ ਆਸਰੇ ਟਿਕਦਾ ਹੈ? ਤੇ ਬ੍ਰਹਮਾ ਨੂੰ ਕੋਈ ਉੱਤਰ ਨਹੀਂ ਆਇਆ। ਤੇ ਮਖੌਲ ਜਿਹਾ ਕਰਨ ਲੱਗੇ, ਕਹਿੰਦੇ ਐਵੇਂ ਪੜ੍ਹਿਆ ਫਿਰਦਾ, ਇੰਨੀ ਗੱਲ ਨਹੀਂ ਤੇ ਇਸਨੂੰ ਦੱਸਣ ਦੀ ਬਾਪੂ ਤੋਂ। ਅੱਖਾਂ ਚੋਂ ਪਾਣੀ ਆ ਗਿਆ ਬ੍ਰਹਮਾ ਦੇ। ਉਹ ਕਹਿੰਦੇ ਹੱਦ ਹੋ ਗਈ, ਆ ਮੁੰਡਿਆਂ ਨੇ ਚੁੱਪ ਕਰਾ, ਇਹਨਾਂ ਦਾ ਉੱਤਰ ਨਹੀਂ ਆਉਂਦਾ ਮੈਨੂੰ। ਤੇ ਉਹ ਫਿਰ ਜਦੋਂ ਸੋਝਾ ਹੋਇਆ, ਕਹਿੰਦੇ ਉਹ ਭਗਵਾਨ ਤੂੰ ਹੀ ਪ੍ਰਗਟ ਹੋ ਕੇ ਇਹਨਾਂ ਨੂੰ ਵਿਚਾਰਿਆਂ ਨੂੰ ਕਰ, ਇਹਨਾਂ ਦਾ ਤੇ ਮੇਰੇ ਤੋਂ ਨਹੀਂ, ਮੈਂ ਇਹਨਾਂ ਨੂੰ ਮੱਤ ਮਾਰਤੀ। ਉਸ ਵੇਲੇ ਫਿਰ ਹੰਸਾ ਅਵਤਾਰ ਹੋ ਗਿਆ। ਇਹ ਹੰਸ ਦੇ ਅਵਤਾਰ ਦੇ ਵਿੱਚ ਸਾਰਿਆਂ ਕੁੰਭਾਂ ਤੇ ਵੇਦੀਆਂ ਸੁਰਤੀਆਂ ਲਿਖੀਆਂ ਲੁਕੀਆਂ ਇਹਨਾਂ ਦੇ ਸਾਹਮਣੇ ਆ ਹੋਏ। ਤੇਰਾ ਦਰਸ਼ਨ ਦਿੱਤੇ। ਉਸ ਵੇਲੇ ਦੇਖ ਕੇ ਸੂਰਜ ਅਚਰਜੀ ਹੋ ਗਏ। ਉਹ ਦੇਖ ਕੇ ਵੀ ਇਹ ਕੋਈ ਮਹਾਨ ਹੈ। ਤੇ ਕਹਿੰਦੇ ਵੀ ਤੁਸੀਂ ਕੌਣ ਹੋ ਜੀ? ਕਹਿੰਦੇ ਇਹ ਤੁਸੀਂ ਗੱਲ ਵੀ ਭਲਾ ਪੁੱਛ ਲਓ। ਕਿਵੇਂ ਪੁੱਛ ਲਈਏ ਵੀ ਤੁਸੀਂ ਕੌਣ ਹੋ? ਵੀ ਕੌਣ ਕੀ ਹੁੰਦਾ? ਕੌਣ ਕਿਹਨੂੰ ਕਹੀਦਾ ਹੈ? ਵੀ ਇਹ ਵਿਦਵਾਨ ਥੋੜ੍ਹਾ ਪੁੱਛਦੇ ਹੁੰਦੇ ਵੀ ਕੌਣ ਹੈ। ਤੁਹਾਨੂੰ ਸਾਰਿਆਂ ਪਤਾ ਵੀ ਸਾਰੇ ਬ੍ਰਹਮ ਹੈ, ਸਾਰਿਆਂ ਵਿੱਚ ਉਹਦਾ ਨਿਵਾਸ ਹੈ। ਕੌਣ ਕੌਣ ਦੀ ਗੱਲ ਕਿਹੜੀ ਹੈ? ਤੁਸੀਂ ਵੀ ਉਸੇ ਦੇ, ਅਸੀਂ ਮੈਂ ਵੀ ਉਸੇ ਦਾ। ਚੁੱਪ ਜੇ ਕਰ ਗਏ। ਉਸ ਵੇਲੇ ਕਹਿੰਦੇ ਵੀ ਅਸੀਂ ਪਿਓ ਨੂੰ ਪੁੱਛਿਆ ਸੀ, ਉਦੋਂ ਤਾਂ ਨਹੀਂ ਆਇਆ ਉੱਤਰ। ਉਹ ਤਾਂ ਲੱਗ ਗਿਆ ਸੀ ਅੱਖਾਂ ਮੀਚ ਕੇ ਰੋਣ। ਤੂੰ ਕਹਿੰਦੇ ਬੜਾ ਸੋਹਣਾ ਸਿੱਖਾ ਤੇ ਸਿਆਣਾ ਦੱਸਦਾ, ਤੂੰ ਹੀ ਦੱਸ ਕਿ ਜਿਹੜਾ ਮਨ ਹੈ ਵਿਸ਼ਿਆਂ ਤੋਂ ਅਲੱਗ ਹੋ ਕੇ ਵੱਖਰਾ ਨਿਰਲੇਪ ਹੋਵੇ ਕਿਹਦੇ ਆਸਰੇ ਟਿਕਦਾ ਹੈ? ਕਹਿੰਦੇ ਇੰਨਾ ਵੀ ਨਹੀਂ ਤੁਹਾਨੂੰ ਪਤਾ? ਮਨ ਸ਼ਬਦ ਦੇ ਆਸਰੇ ਟਿਕਦਾ, ਸ਼ਬਦ ਦੇ ਆਸਰੇ ਰਹਿੰਦਾ ਹੈ। ਤੁਸੀਂ ਮਨ ਨੂੰ ਸ਼ਬਦ ਵਿੱਚ ਲਾਓ, ਟਿਕ ਜਾਊਗਾ। ਬਾਣੀ ਵਿੱਚ ਲਾਓ, ਨਾਮ ਵਿੱਚ ਲਾਓ, ਮਨ ਟਿਕ ਜਾਊਗਾ। ਨਾਮ ਦੇ ਆਸਰੇ, ਬਾਣੀ ਦੇ ਆਸਰੇ ਟਿਕਦਾ ਮਨ। ਇਹ ਉਧਰ ਟਿਕ ਜਾਂਦਾ, ਇਹਦੇ ਵੀ ਆਸਰੇ ਪੂਰਾ ਟਿਕਦਾ ਹੈ। ਨਿਰੁੱਤਰ ਹੋ ਗਏ, ਫਿਰ ਚਰਨੀ ਪੈ ਗਏ। ਕਹਿੰਦੇ ਮਹਾਰਾਜ ਤੁਸੀਂ ਮਹਾਨ।
ਤੇ ਇਸ ਕਰਕੇ ਕਹਿੰਦੇ ਨਾਮ ਦੇ ਪ੍ਰਤਾਪ ਨੂੰ ਸੰਕਾਦਕ ਵੀ ਜਾਣਦੇ ਆ ਵੀ ਜਿਹਦੇ ਕਰਕੇ ਉਹ ਹੰਸਾ ਅਵਤਾਰ ਦੇ ਦਰਸ਼ਨ ਹੋ ਗਏ ਤੇ ਇਸ ਤਰ੍ਹਾਂ ਉਹਨਾਂ ਤੋਂ ਯਥਾਰਥ ਉੱਤਰ ਹੋ ਗਿਆ ਤੇ ਬ੍ਰਹਮਾ ਦੇ ਪੁੱਤ ਮਹਾਨ ਕਹਾਏ ਜਾਂਦੇ ਆ। ਤੇ ਇਸ ਤਰ੍ਹਾਂ ਉਮਰ ਛੋਟੀ ਵਿੱਚ ਰਹਿ ਕੇ ਤੇ ਫਿਰ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੈ। ਵੱਡੀ ਉਮਰ ਕਰਕੇ ਵੀ ਕਿਉਂ ਇਹ ਨਾਮ ਦੇ ਪ੍ਰਤਾਪ ਕਰਕੇ ਸਾਰਾ ਹੈ। ਇਹ ਕਵੀ ਸੰਤੋਖ ਸਿੰਘ ਜੀ ਨੇ ਪਿਛਲੇ ਯੁਗਾਂ ਵਿੱਚ ਹੋ ਚੁੱਕੇ ਜਿਹੜੇ ਕੋਈ ਬੜੇ ਬੜੇ ਮਹਾਨ ਭਗਤ ਹੈ ਜਾਂ ਕਵੀ ਹੈ ਜਾਂ ਮੁਨੀ ਹੈ ਜਾਂ ਰਾਜੇ ਹੈ ਜਾਂ ਬ੍ਰਹਮਾ ਦੇ ਪੁੱਤਰ ਹੈ, ਉਹਨਾਂ ਦੇ ਨਾਂ ਲੈ ਕੇ ਨਾਮ ਦੀ ਮਹਿਮਾ ਕੀਤੀ ਹੈ। ਇਸ ਤੋਂ ਅੱਗੇ ਵੀ ਭਗਤਾਂ ਦੇ ਨਾਂ ਲਿਆ। ਜੈਦੇਵ ਜੀ ਦਾ ਨਾਂ ਭਗਤ ਧੰਨੇ ਜੀ ਦਾ ਲਿਆ, ਅਮਰੀਕ ਦਾ, ਕਬੀਰ ਦਾ, ਪ੍ਰੂਰ ਰਾਜੇ ਦਾ, ਅੰਗਰੇਜ਼ ਦਾ, ਰਿਖੀ ਦਾ, ਨਾਮਦੇਵ ਦਾ, ਭਪੀਖਣ ਦਾ, ਅਗਸਤ ਦਾ, ਮੰਨੂ ਰਾਜੇ ਦਾ, ਰਵਿਦਾਸ ਭਗਤ, ਅਜਾਮਲ, ਉਦੋ ਕ੍ਰਿਸ਼ਨ ਦਾ ਚਾਚਾ, ਦੂਸਰਾ ਕਰੂਰ ਚਾਚਾ, ਹਨੂਮਾਨ, ਭੀਲਣੀ, ਧੰਤਾ ਜੋਗ ਧੰਨਾ, ਇਹ ਸਾਰਿਆਂ ਦੇ ਨਾਂ ਲੈ ਕੇ ਨਾਮ ਦੀ ਮਹਿਮਾ ਕਵੀ ਜੀ ਨੇ ਕੀਤੀ ਹੈ। ਥੋੜਾ ਥੋੜਾ ਇਹਨਾਂ ਦਾ ਪ੍ਰਸੰਗ ਪੜ੍ਹ ਕੇ ਆਪਾਂ ਇਹ ਦੀਵਾਨ ਦਾ ਸਮਾਂ ਪੂਰਾ ਕੀਤਾ ਹੈ। ਇਸ ਤੋਂ ਅੱਗੇ ਜਿਹੜੇ ਬਾਕੀ ਭਗਤਾਂ ਦੇ ਨਾਮ ਲੈ ਕੇ ਮਹਿਮਾ ਵਡਿਆਈ ਨਾਮ ਦੀ ਕਵੀ ਜੀ ਨੇ ਕੀਤੀ ਹੈ, ਉਹ ਕੱਲ ਦੇ ਦੀਵਾਨ ਵਿੱਚ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਪ੍ਰਹਿਲਾਦ ਕਵਾਦ ਤਿਲੋਚਨ ਨਾਰਦ ਧਰੂ ਸਨਕਾਦ ਜੈਦੇਵ ਸਤੰਨਾ ਅੰਬਰੀਕ ਕਬੀਰ ਪਰੂਰਵ ਅੰਗਰਾ ਨਾਮੇ ਵਿਭੀਖਨ ਕੁੰਭਜ ਮੰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।